ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੇ ਤੌਰ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰ ਲਈਏ ਅਤੇ ਫਿਰ ਆਪਾਂ ਆਪਣੀ ਕਾਰਵਾਈ ਸ਼ੁਰੂ ਕਰਦੇ ਹਾਂ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਜ਼ੀਕਲੀ ਸਾਡੇ ਨਾਲ ਬੈਠੇ ਅਤੇ ਔਨਲਾਈਨ ਜੁੜੇ ਹੋਏ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਮੈਂ ਪਹਿਲਾਂ ਸਟੇਜ 'ਤੇ ਬੈਠੇ ਸਾਡੇ ਨਾਲ ਜੁੜੇ ਨੇ ਨਵੇਂ ਸਰਦਾਰ ਜਗਦੀਪ ਸਿੰਘ ਜੀ। ਇਹ ਆਪਣੇ ਦੂਸਰੇ ਸੈਕਿੰਡ ਮੈਨੇਜਰ ਨੇ ਜਿਹੜੇ ਕਿ ਇਸੇ ਪ੍ਰੋਜੈਕਟ ਵਾਸਤੇ ਇਹਨਾਂ ਨੂੰ ਆਪਾਂ ਐਸੋਸੀਏਟ ਕੀਤਾ। ਇਹ ਪਿਛਲੀ ਵਾਰੀ ਜਦੋਂ ਅਸੀਂ 2014 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸੈਮੀਨਾਰ ਕੀਤਾ ਸੀ, ਉਸ ਵੇਲੇ ਵੀ ਇਹ ਸਾਡੇ ਨਾਲ ਸਨ ਅਤੇ ਹੁਣ ਇਹਨਾਂ ਦੀ ਅਵੇਲੇਬਿਲਟੀ ਸੀ ਅਤੇ ਮੈਂ ਇਹਨਾਂ ਨੂੰ 2-3 ਮਹੀਨੇ ਵਾਸਤੇ ਜਦੋਂ ਤੱਕ ਆਪਾਂ ਕਿਸੇ ਲਾਈਨ 'ਤੇ ਨਹੀਂ ਪਹੁੰਚਦੇ ਉਦੋਂ ਤੱਕ ਇਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਵਾਸਤੇ ਬੇਨਤੀ ਕੀਤੀ ਹੈ। ਇਹਨਾਂ ਨੇ ਪ੍ਰਵਾਨਗੀ ਦਿੱਤੀ। ਬਹੁਤ ਬਹੁਤ ਧੰਨਵਾਦ ਜਗਦੀਪ ਜੀ। ਸਭ ਤੋਂ ਪਹਿਲਾਂ ਪਿਛਲੀ ਮੀਟਿੰਗ ਦੇ ਜਿਹੜੇ ਮਿਨਟਸ ਸਨ ਉਹ ਆਪਾਂ ਸਾਰਿਆਂ ਨੂੰ ਭੇਜੇ ਸਨ। ਅਗਰ ਉਹਨਾਂ ਮਿਨਟਸ ਦੇ ਉੱਤੇ ਕਿਸੇ ਵੀਰ ਦੀ ਕੋਈ ਆਬਜ਼ਰਵੇਸ਼ਨ ਕੋਈ ਘਾਟ ਰਹਿ ਗਈ ਹੋਵੇ ਤਾਂ ਜ਼ਰੂਰ ਸਾਨੂੰ ਦੱਸੋ ਤਾਂ ਕਿ ਉਹਨੂੰ ਅਸੀਂ ਅਮੈਂਡ ਕਰ ਸਕੀਏ। ਅਗਰ ਸਾਰੇ ਜਣੇ ਇਸੇ ਸਹਿਮਤ ਨੇ ਅਤੇ ਫਿਰ ਆਪਾਂ ਅਗਲਾ ਪੁਆਇੰਟ ਲੈ ਕੇ ਚੱਲੀਏ। ਮੈਂ ਸਮਝਦਾ ਕਿ ਸਹਿਮਤੀ ਹੈ ਅਤੇ ਅਸੀਂ ਦੂਜੇ ਪੁਆਇੰਟ 'ਤੇ ਚੱਲਦੇ ਹਾਂ ਜੀ। ਸਹਿਮਤੀ ਹੈ ਜੀ, ਤੁਸੀਂ ਅਗਲੇ ਪੁਆਇੰਟ 'ਤੇ ਪਿਛਲੀ ਵਾਰੀ ਦਾ ਜਿਹੜਾ ਪ੍ਰੋਸੀਡਿੰਗ ਸਨ ਉਹਦੇ ਵਿੱਚ ਆਪਾਂ ਸਾਰਿਆਂ ਨੇ ਮਿਲ ਕੇ ਕੁਝ ਵਿਉਂਤਬੰਦੀ ਬਣਾਉਣ ਦੀ ਸੋਚੀ ਸੀ। ਉਹ ਵਿਉਂਤਬੰਦੀ ਦੇ ਵਿੱਚ ਪਿਛਲੇ 1 ਮਹੀਨੇ ਜੋ ਕੰਮ ਹੋਏ ਨੇ ਮੈਂ ਉਹਦੇ 'ਤੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ। ਸਭ ਤੋਂ ਪਹਿਲਾਂ ਅਸੀਂ ਡਾਟਾ ਕਲੈਕਸ਼ਨ ਵਾਸਤੇ ਡਿਊਟੀ ਲਾਈ ਸੀ ਸਰਦਾਰ ਜਗਦੀਪ ਸਿੰਘ ਹੋਰਾਂ ਦੀ ਕਿ ਜਿਤਨੇ SGPC ਦੇ ਮੈਂਬਰ ਨੇ ਉਹਨਾਂ ਦਾ ਏਰੀਆ ਉਹਨਾਂ ਦੀ ਲਿਸਟ ਲੈ ਕੇ ਸਾਡੇ ਕੋਲ ਉਹ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਵਕਤ ਆਉਣ ਦੇ ਉੱਤੇ ਜੇ ਕਿਸੇ ਨੂੰ ਕਾਂਟੈਕਟ ਕਰਨਾ ਹੈ। ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਲਿਸਟ ਨੂੰ ਲੈਣ ਵਾਸਤੇ ਸਾਨੂੰ ਕਿਤਨੀ ਸ਼ਿਰਕਤ ਕਰਨੀ ਪਈ, ਕਿਉਂਕਿ ਅਸੀਂ ਜਦੋਂ ਉਹਨਾਂ ਦੇ PA ਨੂੰ ਪੁੱਛਿਆ ਕਿ ਸਾਨੂੰ ਲਿਸਟ ਚਾਹੀਦੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਸੀਕਰੇਟ ਹੈਗੀ ਹੈ ਅਤੇ ਮੈਂ ਜਦ ਤੱਕ ਪ੍ਰਧਾਨ ਸਾਹਿਬ ਦੀ ਪ੍ਰਵਾਨਗੀ ਨਹੀਂ ਹੁੰਦੀ ਉਦੋਂ ਤੱਕ ਮੈਂ ਲਿਸਟ ਨਹੀਂ ਦੇ ਸਕਦਾ। ਨਾ ਉਹ ਸਾਨੂੰ ਪ੍ਰਵਾਨਗੀ ਮਿਲੀ ਅਤੇ ਨਾ ਹੀ ਅਸੀਂ ਉਸ ਸੋਰਸ ਤੋਂ ਲੈ ਸਕੇ। ਹੋਇਐਵਰ ਅਸੀਂ ਕੁਝ ਆਪਣੇ ਸੋਰਸਿਸ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੀ ਲਿਸਟ ਲੈ ਲਈ। ਨਾਲ ਹੀ ਅਸੀਂ ਇਹ ਕਿਹਾ ਸੀ ਕਿ ਜਿਸ ਤਰ੍ਹਾਂ ਪੋਲੀਟੀਕਲ ਚੇਂਜ ਹੋਈ ਹੈ ਪੰਜਾਬ ਦੇ ਵਿੱਚ, ਸਾਨੂੰ ਇਹ ਵੀ ਚਾਹੀਦਾ ਹੈਗਾ ਕਿ ਨਵੀਂ ਪਾਰਟੀ ਇਨ ਪਾਵਰ ਦੇ ਜਿੰਨੇ MLA ਹੈਗੇ ਨੇ ਜਾਂ ਦੂਸਰਿਆਂ ਦੇ ਜਿੰਨੇ MLA ਨੇ ਉਹਨਾਂ ਦੀ ਕਾਂਸਟੀਚੁਐਂਸੀ ਦੇ ਵੀ ਸਾਡੇ ਕੋਲ ਉਹਨਾਂ ਦਾ ਡਿਟੇਲ ਹੋਣੀਆਂ ਚਾਹੀਦੀਆਂ। ਫਿਰ ਅਸੀਂ ਪਿਛਲੇ ਜਿਹੜੇ 2 ਸਾਡੇ ਸੈਮੀਨਾਰ ਹੋਏ ਸਨ ਉਹ ਸੈਮੀਨਾਰ ਦੇ ਵਿੱਚੋਂ ਜੋ ਜਿਸ ਨਿਕਲੀ ਉਹਦੇ 'ਚੋਂ ਅਸੀਂ ਇਹ ਜਿਹੜਾ 2006 ਵਾਲਾ ਸੀ
ਉਹਦੇ ਵਿੱਚ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਇਆ ਸੀ ਤੇ ਉਸ ਵੇਲੇ ਇੱਕ ਲਾਈਨ ਆਫ ਐਕਸ਼ਨ ਬਣਾਈ ਗਈ ਸੀ ਜਿਹਦੇ ਤੇ ਅਸੀਂ SGPC ਨੂੰ ਵੀ ਦਿੱਤਾ, ਦੂਸਰੀਆਂ ਸਿੱਖ ਸੰਸਥਾਵਾਂ ਨੂੰ ਵੀ ਕਿਹਾ, ਪਰ ਉਹਦੇ ਤੇ ਕੋਈ ਅੱਗੇ ਕਦਮ ਨਹੀਂ ਸੀ ਵੱਧ ਸਕਿਆ। ਫਿਰ ਇੱਕ ਕੋਸ਼ਿਸ਼ ਕੀਤੀ ਗਈ 2014 ਦੇ ਵਿੱਚ, ਜਿਹਦੇ ਵਿੱਚ ਇਸ ਚੀਜ਼ ਨੂੰ ਲੀਗਲੀ ਕਿਸ ਤਰ੍ਹਾਂ ਕਨਫਰਮੇਸ਼ਨ ਕੀਤੀ ਜਾਵੇ ਉਹ ਅਸੀਂ ਲੈ ਕੇ ਤੇ ISC ਵੱਲੋਂ ਔਰ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ ਅਸੀਂ ਇਹ ਇੱਕ ਜਿਹੜਾ ਮੈਮੋਰੰਡਮ ਕਹੀਏ ਜਾਂ ਉਹਨਾਂ ਨੂੰ ਚਿੱਠੀ SGPC ਨੂੰ ਲਿਖੀ, ਜਿਨ੍ਹਾਂ ਨੇ ਉਸ ਚੀਜ਼ ਦੇ ਉੱਤੇ ਇੱਕ ਛੋਟਾ ਜਿਹਾ ਅਸਰ ਹੋਇਆ ਕਿ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ। ਉਹ ਕਮੇਟੀ ਦੇ ਵਿੱਚ ਸਾਡੇ ਕੋਲ ਜਦੋਂ ਕਮੇਟੀ ਬਣੀ ਉਹਨਾਂ ਦੇ ਵਿੱਚ ਮੈਂਬਰ ਲਏ ਗਏ ਸਰਦਾਰ ਕਿਰਪਾਲ ਸਿੰਘ ਜੀ ਜਿਹੜੇ ਹਿਸਟੋਰੀਅਨ ਹੁੰਦੇ ਸਨ, ਡਾਕਟਰ ਪ੍ਰਿਥੀਪਾਲ ਸਿੰਘ ਕਪੂਰ ਲੁਧਿਆਣੇ ਤੋਂ, ਡਾਕਟਰ ਬਲਵੰਤ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ, ਅਤੇ ਡਾਕਟਰ ਬਲਕਾਰ ਸਿੰਘ ਪਟਿਆਲੇ ਵਾਲੇ, ਅਤੇ ਡਾਕਟਰ ਜਸਪਾਲ ਸਿੰਘ VC ਪੰਜਾਬੀ ਯੂਨੀਵਰਸਿਟੀ। ਇਹ ਕਮੇਟੀ SGPC ਨੇ ਫਾਰਮ ਕੀਤੀ। ਫਾਰਮ ਕਰਨ ਤੋਂ ਬਾਅਦ ਇਹਨਾਂ ਨੂੰ ਕਿਹਾ ਗਿਆ ਕਿ ਇਸ ਚੀਜ਼ ਦੇ ਉੱਤੇ ਜੋ ਅਸੀਂ ਪੁੱਟ ਅਪ ਕੀਤਾ ਉਹਨਾਂ ਦੇ ਕੋਲ, ਉਹ ਉਸ ਦੇ ਉੱਤੇ ਕੀ ਪੋਸੀਬਿਲਿਟੀ ਹੈ ਜਾਂ ਕਿੰਨਾ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। 2015 ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਕਿ ਤੁਹਾਡੀ ਜਿਹੜੀ ਕਮੇਟੀ ਹੈ ਇਹਦਾ ਤੁਸੀਂ ਦੱਸੋ ਕੁਛ ਇਹਨਾਂ ਨੇ ਕੀਤਾ ਕਿ ਨਹੀਂ ਕੀਤਾ, ਪਰ ਅੱਜ ਤੱਕ SGPC ਵੱਲੋਂ ਸਾਨੂੰ ਕੋਈ ਜਵਾਬ ਨਹੀਂ ਆਇਆ। ਅਜੇ ਉਸ ਜਵਾਬ ਦੀ ਅੱਜ ਵੀ ਅਸੀਂ ਉਡੀਕ ਕਰ ਰਹੇ ਹਾਂ। ਇਹ ਅੱਜ ਦੀ ਪੋਜੀਸ਼ਨ ਹੈਗੀ। ਇਸ ਤੋਂ ਬਾਅਦ ਸਾਨੂੰ ਡਾਕਟਰ ਜੌਹਲ ਸਾਹਿਬ ਨੇ ਕਿਹਾ ਕਿ ਕੁਝ ਸ਼ਖਸੀਅਤਾਂ ਨੂੰ ਤੁਸੀਂ ਖੁਦ ਮਿਲ ਕੇ ਆਓ ਅਤੇ ਉਹਨਾਂ ਦੇ ਵਿਚਾਰ ਪਤਾ ਕਰੋ ਕਿ ਕਿਸ ਤਰ੍ਹਾਂ ਉਹ ਸੋਚਦੇ ਹੈਗੇ ਨੇ। ਮੈਂ ਸਭ ਤੋਂ ਪਹਿਲਾਂ ਸਰਦਾਰ ਬਲਕਾਰ ਸਿੰਘ ਜੀ ਜਿਹੜੇ ਹੈਗੇ ਨੇ ਪਟਿਆਲੇ ਪ੍ਰੋਫੈਸਰ ਜਿਹੜੇ ਨੇ ਆਪਣੇ ਦੇ ਪੰਜਾਬੀ ਲੈਂਗੁਏਜ ਡਿਪਾਰਟਮੈਂਟ ਦੇ, ਉਹਨਾਂ ਦੇ ਨਾਲ ਮਿਲ ਕੇ ਇੱਕ ਵੱਡੀ ਖੁਸ਼ੀ ਹੋਈ ਕਿ ਉਹਨਾਂ ਨੇ ਇਹ ਵਾਲੀ ਬੁਕਲੇਟ ਕਿ ਗੁਰਦੁਆਰਾ ਸੁਧਾਰ ਲਹਿਰ 2 ਦੀ ਲੋੜ ਕਿਉਂ, ਇਹ ਗੁਰਦੁਆਰਾ ਸੁਧਾਰ ਲਹਿਰ ਦੀ ਜਿਹੜੀ ਹੈਗੀ ਹੈ ਉਹ ਇਸੇ ਕਰਕੇ ਦੱਸੀ ਗਈ ਹੈ ਕਿ ਜਿਹੜਾ ਨਿਗਾਰ ਆਇਆ SGPC ਦੀ ਵਰਕਿੰਗ ਦੇ ਵਿੱਚ ਜਾਂ ਇਸਤੇਮਾਲ ਹੋਇਆ ਆਪਣਾ ਅਕਾਲ ਤਖਤ ਦੇ ਜਥੇਦਾਰਾਂ ਦੀ ਉਸ ਨੂੰ ਲੈ ਕੇ ਜੋ ਕੁਝ ਹੋਇਆ ਉਹਦੇ ਬਾਰੇ ਇਸ ਕਿਤਾਬ ਦੇ ਵਿੱਚ ਬੜੀ ਇਹਦੇ ਨਾਲ ਵਿਸਤਾਰ ਦੇ ਨਾਲ ਲਿਖਿਆ ਗਿਆ ਹੈਗਾ ਕਿ ਇਹ ਸਾਨੂੰ ਕੀ ਹੁਣ ਕਰਨਾ ਚਾਹੀਦਾ ਹੈ। ਇਸ ਨੂੰ ਵੀ ਅਸੀਂ ਆਪਣਾ ਇੱਕ ਪੁਆਇੰਟ ਲੈ ਕੇ ਇਹਨਾਂ ਜਦੋਂ ਸੈਮੀਨਾਰ 'ਚ ਜਾਵਾਂਗੇ ਇਸ ਕਿਤਾਬ ਦੀਆਂ ਮੁੱਖ ਜਿਹੜੀਆਂ ਚੀਜ਼ਾਂ ਨੇ ਕਿ ਕਿਉਂ ਜ਼ਰੂਰਤ ਹੈ ਉਸ ਨੂੰ ਵੀ ਅਸੀਂ ਉੱਪਰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤੀਸਰੀ ਚੀਜ਼ ਸਾਨੂੰ ਕਿਹਾ ਗਿਆ ਸੀ ਕਿ ਜਿੰਨੇ ਪੰਥ ਦਰਜੀ ਹੈਗੇ ਨੇ ਜਾਂ ਜਿੱਥੇ ਵੀ ਬੈਠੇ ਨੇ ਉਹ ਵਰਲਡ ਦੇ ਵਿੱਚ ਨੇ ਜਾਂ ਇੰਡੀਆ ਦੇ ਵਿੱਚ ਬੈਠੇ ਨੇ, ਉਹਨਾਂ ਦਾ ਇੱਕ ਲਿਸਟ ਤਿਆਰ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲ ਸਕੀਏ, ਉਹਨਾਂ ਨੂੰ ਇਨਫਾਰਮ ਕਰੀਏ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਕੋਲ ਹੈ ਨੇ, ਇਸ ਦੇ ਉੱਤੇ ਆਪਾਂ ਸਾਰਿਆਂ ਨੇ ਵਿਚਾਰ ਕਰਨੀ ਹੈ ਅਤੇ ਇਸ ਦਾ ਜਿਹੜਾ ਲਾਈਨ ਆਫ ਐਕਸ਼ਨ ਹੈਗੀ ਹੈ ਉਹਨੂੰ ਕਿਸ ਤਰ੍ਹਾਂ ਅਡਾਪਟ ਕਰਨਾ ਹੈ। ਉਹ ਅਸੀਂ ਇੱਕ ਲਿਸਟ ਬਣਾਈ ਹੈ, 38 ਲੋਕਾਂ ਦੀ ਲਿਸਟ ਜਿਹੜੀ ਹੈ ਅਸੀਂ ਬਣਾਈ ਹੈ ਜਿਹੜੇ ਕਿ ਸਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਨੇ। ਫਿਰ ਅਸੀਂ ਸਾਰੀਆਂ ਸਿੱਖ ਸੰਸਥਾਵਾਂ ਜਿੰਨੀਆਂ ਪੰਜਾਬ ਵਿੱਚ ਜਾਂ ਇੰਡੀਆ 'ਚ ਹੈਗੀਆਂ ਨੇ ਉਹਨਾਂ ਦਾ ਅਸੀਂ ਰਿਕਾਰਡ ਜਿਹੜਾ ਉਹ ਆਪਣੇ ਕੋਲ ਇਕੱਠਾ ਕੀਤਾ। ਉਸ ਤੋਂ ਬਾਅਦ ਜਿਹੜੀਆਂ ਇੰਟਰਨੈਸ਼ਨਲ ਹੈਗੀਆਂ ਨੇ ਉਹਨਾਂ ਦਾ ਵੀ, ਅਤੇ ਹਰ ਇੱਕ ਨੂੰ ਅਸੀਂ ਹੁਣ ਇੱਕ ਸਿੰਪਲ ਲੈਟਰ ਬਣਾ ਕੇ ਕਿ ਅਸੀਂ ਅਕਾਲ ਤਖਤ ਦਾ ਜਿਹੜੀ ਵਰਕਿੰਗ ਹੈਗੀ ਹੈ ਜਾਂ ਜਿਹੜਾ ਹੋਣੀ ਚਾਹੀਦੀ ਹੈ ਇੱਕ ਉਹ ਜਿਹੜੀ ਹੋ ਰਹੀ ਹੈ ਔਰ ਕਿਹੜੀ ਆਪਣਾ ਅੱਜ ਦੀ ਡੇਟ 'ਤੇ ਸਾਨੂੰ ਕੀ ਤਕਲੀਫਾਂ ਨੇ ਔਰ ਉਹਨੂੰ ਅਸੀਂ ਕਿਸ ਤਰ੍ਹਾਂ ਸੁਧਾਰ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਿਰਫ ਇੱਕ ਪੇਜ ਦਾ ਲੈਟਰ ਦੇ ਉੱਤੇ ਸਾਰਿਆਂ ਨੂੰ ਇਨਫੋਰਮੇਸ਼ਨ ਦੇ ਕੇ ਉਹਨਾਂ ਕੋਲੋਂ ਕੁਝ ਫੀਡਬੈਕ ਲਿਆ ਜਾਏ ਜਾਂ ਉਹਨਾਂ ਨੂੰ ਦੱਸਿਆ ਜਾਏ ਜਾਂ ਉਹਨਾਂ ਤੋਂ ਪੁੱਛਿਆ ਜਾਏ, ਟੈਲੀਫੋਨ ਦੇ ਰਾਹੀਂ ਵੀ WhatsApp ਦੇ ਰਾਹੀਂ ਵੀ ਸਾਰਾ ਇਹ ਮੀਡੀਆ ਯੂਜ਼ ਕਰਨ ਤੋਂ ਬਾਅਦ ਫਿਰ ਅਸੀਂ ਕਿਸੇ ਨਤੀਜੇ 'ਤੇ ਡੇਟ ਫਿਕਸ ਕਰਨ ਵਾਸਤੇ ਪਹੁੰਚਾਂਗੇ। ਅੱਜ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਏਜੰਡੇ ਦੇ ਪੁਆਇੰਟ ਨੇ ਉਸ ਦੇ ਮੁਤਾਬਕ ਆਪਾਂ ਇਸ ਤੋਂ ਬਾਅਦ
ਡਾਕਟਰ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਸਾਨੂੰ ਬੁਲਾਇਆ ਸੀ। ਉਹਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਜੀ ਹੈਗੇ ਨੇ ਲੁਧਿਆਣੇ ਤੋਂ। ਉਹਨਾਂ ਨੇ ਬੈਠ ਕੇ ਡਾਕਟਰ ਸਾਹਿਬ ਨੇ ਕਾਫੀ ਸਲਾਹਾਂ ਦਿੱਤੀਆਂ, ਕਈ ਬੰਦਿਆਂ ਦੇ ਨਾਮ ਵੀ ਦੱਸੇ ਅਤੇ ਕੀ ਕਰਨਾ ਚਾਹੀਦਾ ਹੈ, ਕਿੱਥੋਂ ਤੱਕ ਆਪਾਂ ਥੋੜ੍ਹਾ ਜਿਹਾ ਨੀਵੇਂ ਹੋ ਕੇ ਕੰਮ ਕਰਨਾ ਹੈ ਅਤੇ ਕਦੋਂ ਅਸੀਂ ਬਾਹਰ ਉੱਭਰ ਕੇ ਕੰਮ ਕਰਨਾ ਹੈਗਾ। ਉਹ ਵੀ ਉਹਨਾਂ ਨੇ ਆਪਣੀ ਟਾਈਮ ਦੀ ਜਿਹੜੀ ਰੂਪ ਰੇਖਾ ਸੀ ਉਹ ਵੀ ਕੁਝ ਸਮਝਾਈ ਹੈਗੀ ਹੈ, ਜਿਹੜੀ ਕਿ ਅੱਜ ਡਾਕਟਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਉਹ ਵੀ ਆਨਲਾਈਨ ਹੋਣ, ਪਰ ਉਹਨਾਂ ਦੀ ਕੁਝ ਮਜਬੂਰੀ ਸੀ, ਉਹਨਾਂ ਨੇ ਕਿਤੇ ਜਾਣਾ ਹੈ। ਮੇਰਾ ਖਿਆਲ ਹੈ ਏਜ ਦਾ ਉਹ ਹਸਪੀਟਲ ਵੀ ਜਾਂਦੇ ਨੇ ਕਈ ਵਾਰੀ ਡਾਕਟਰ ਸਾਹਿਬ ਦੇ ਕੋਲ। ਅਮਰੀਕਾ ਤੋਂ ਕੋਈ ਸਕਾਲਰਸ ਆਏ ਸੀ। ਅਮਰੀਕਾ ਤੋਂ ਕੋਈ ਸਕਾਲਰ ਆਏ ਸਨ ਉਹਨਾਂ ਦੇ ਕੋਲ, ਔਰ ਉਹ ਉਹਨਾਂ ਨਾਲ ਵੀ ਉਹਨਾਂ ਦੀ ਮੀਟਿੰਗ ਹੈ, ਇਸ ਕਰਕੇ ਇਸ ਟਾਈਮ 'ਤੇ ਉਹ ਸਾਡੇ ਨਾਲ ਜੁਆਇਨ ਨਹੀਂ ਕਰ ਰਹੇ। ਸਾਡੇ ਬਹੁਤ ਸੱਜਣ ਆ ਰਹੇ ਨੇ, ਜੁਆਇਨ ਕਰ ਰਹੇ ਨੇ ਸਾਡੇ ਨਾਲ। ਠੀਕ ਹੈ, ਸਾਡੇ ਮੈਡਮ ਜਸਪਾਲ ਕੌਰ ਜੀ, ਮੈਂ ਅੱਜ 1 ਵਜੇ ਟਾਈਮ ਇਸ ਕਰਕੇ ਕੀਤਾ ਸੀ ਕਿ ਮੈਂ ਸੋਚਿਆ ਕਿ ਅੱਗੇ ਉਹ 3 ਵਜੇ ਉੱਠ ਕੇ ਆਏ ਸਨ ਅਤੇ ਅਸੀਂ 2 ਘੰਟੇ ਪਿੱਛੇ ਕਰਦੇ ਹਾਂ ਤਾਂ ਕਿ ਉਹ ਸਵੇਰ ਹੋ ਜਾਏਗੀ, ਪਰ ਉਹ ਮੇਰੀ ਕੈਲਕੂਲੇਸ਼ਨ ਰਿਵਰਸ ਹੋ ਗਈ। ਉਹ 12:30 1 ਵਜੇ ਨੇ ਉੱਥੇ ਅੱਜ, 2:30 ਵਜੇ ਹੋਣਗੇ, ਅਤੇ ਇਸ ਕਰਕੇ ਹੋ ਸਕਦਾ ਕਹਿੰਦੇ ਸੀ ਜੇ ਮੈਂ ਉੱਠ ਪਈ ਤਾਂ ਜ਼ਰੂਰ ਜੁਆਇਨ ਕਰਾਂਗੀ। ਉਹ ਵੀ ਉਹਨਾਂ ਨੇ ਵੀ ਕਾਫੀ ਸਲਾਹ ਦਿੱਤੀਆਂ ਨੇ। ਜਿਹੜਾ ਆਪਣਾ ਗਲੋਬਲ ਸਿੱਖ ਕਾਉਂਸਲ ਵਾਲੇ ਨੇ ਉਹਨਾਂ ਦੇ ਨਾਲ ਕਾਫੀ ਉਹਨਾਂ ਨੇ ਯਾਫਤਾ ਰੱਖਿਆ ਉੱਥੇ ਰਹਿ ਕੇ ਅਮਰੀਕਾ ਦੇ ਵਿੱਚ, ਔਰ ਕਈ ਬੜੀਆਂ ਜਿਹੜੀਆਂ ਬਹੁਮੁੱਲੀਆਂ ਚੀਜ਼ਾਂ ਨੇ ਉਹਨਾਂ ਨੂੰ ਡਿਸਕਸ ਕਰਕੇ ਉਹਨਾਂ ਨੇ ਕੱਲ੍ਹ ਮੈਨੂੰ ਸ਼ਾਮ ਨੂੰ ਅਪਡੇਟ ਕੀਤਾ ਸੀ ਕਿ ਅਸੀਂ ਇਸ ਤਰ੍ਹਾਂ ਇਹ ਕਰ ਰਹੇ ਹੈਗੇ ਹਾਂ। ਇਸ ਦੇ ਵਿੱਚ ਡਾਕਟਰ ਸਾਹਿਬ ਜੌਹਲ ਸਾਹਿਬ ਨੇ ਕਿਹਾ ਸੀ ਕਿ ਜਿੰਨੀਆਂ ਐਡਵਾਈਜ਼ਰੀ ਕਾਉਂਸਲ ਬਣੀਆਂ ਨੇ ਉਹਨਾਂ ਕਾਉਂਸਲ ਦੇ ਵਿੱਚ ਹਰ ਇੱਕ ਕਾਉਂਸਲ ਨੂੰ ਕਹਿ ਕੇ ਇੱਕ ਮੀਟਿੰਗ ਇੱਕ ਦੀ ਕਰਕੇ ਫਿਰ ਸਾਰੀਆਂ ਕਾਉਂਸਲ ਦੀ ਮੀਟਿੰਗ ਇਕੱਠਿਆਂ ਦੀ ਕਰੋ। ਉਹ ਮੀਟਿੰਗ ਦੀ ਜਿਹੜੀ ਕਾਉਂਸਲ ਦੀ ਲਿਸਟ ਹੈਗੀ ਹੈ, ਜਿਹੜੇ ਅਸੀਂ ਮੈਂਬਰਾਂ ਨੂੰ ਉਹਦੇ 'ਚ ਐਡ ਕੀਤਾ, ਉਹ ਵੀ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਪੋਸਟ ਕਰ ਦਿਆਂਗਾ ਤਾਂ ਕਿ ਉਸ ਤੋਂ ਬਾਅਦ ਤੁਹਾਨੂੰ ਪਤਾ ਰਹੇ ਕਿ ਕਿਸ ਐਡਵਾਈਜ਼ਰੀ ਕਾਉਂਸਲ ਦਾ ਮੀਟਿੰਗ ਹੈ ਅਤੇ ਉਹਦੇ 'ਚ ਕੀ ਕਰਨਾ ਹੈਗਾ। ਇਸ ਤੋਂ ਬਾਅਦ ਸਾਡਾ ਹੈ ਕਿ ਆਪਣੀ ਨੈਕਸਟ ਪੁਆਇੰਟ ਹੈ ਜਿਹੜਾ where to locate and bring together organizations and personalities who think on the similar lines as above। ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਮੈਂ ਹਰ ਇੱਕ ਮੈਂਬਰ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਜਿਹੜੇ ਮੈਂਬਰ ਤੁਸੀਂ ਸਮਝਦੇ ਹੋ ਕਿ they can contribute as a lecturer or as a member or as our representative in their area, we must have their names, have their details with us so that we can keep on telling them ਕਿ ਬਈ ਅਸੀਂ ਇੱਥੇ ਪਹੁੰਚੇ ਹਾਂ, ਉਹਨਾਂ ਨੂੰ ਉਹਦੇ 'ਤੇ ਰੱਖਿਆ ਜਾਏ, ਅਪਕੀਪ ਕੀਤਾ ਜਾਏ। ਅਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਸਾਰੀਆਂ ਐਡਵਾਈਜ਼ਰੀ ਕਾਉਂਸਲ ਦੀ, ਐਡਵਾਈਜ਼ਰੀ ਕਾਉਂਸਲ ਦਾ ਜਿਹੜਾ ਸਾਰਾ ਪ੍ਰਬੰਧ ਹੈਗਾ ਸਾਡੇ ਭੈਣ ਜੀ ਡਾਕਟਰ ਵਰਿੰਦਰ ਕੌਰ ਜੀ ਦੇਖ ਰਹੇ ਨੇ, ਅਤੇ ਮੈਂ ਬੇਨਤੀ ਕਰਾਂਗਾ ਇਹਨਾਂ ਨੂੰ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਦੇ ਬਾਰੇ, ਇਹ ਅਸੀਂ ਉਹਨਾਂ ਕੋਲੋਂ ਹੀ ਪੁੱਛਦੇ ਹਾਂ। ਭੈਣ ਜੀ ਪਲੀਜ਼। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਆਪਣੀ ਜਿਹੜੀ ਮੰਥਲੀ ਮੀਟਿੰਗ ਹੈ ਇਹ ਸਾਰਾ ਗਰੁੱਪ ਆਫ ਐਡਵਾਈਜ਼ਰੀ ਕਾਉਂਸਲਸ ਦੀ ਹੀ ਆਪਾਂ ਮੀਟਿੰਗ ਕਰਦੇ ਹਾਂ, ਕਿਉਂਕਿ ਜੇ ਇੱਕ ਥੋੜ੍ਹੇ ਮੈਂਬਰਸ ਨੇ ਹਰ ਇੱਕ ਐਡਵਾਈਜ਼ਰੀ ਕਾਉਂਸਲ ਵਿੱਚ, ਉਹਨਾਂ ਦੀ ਮੀਟਿੰਗ ਜਦੋਂ ਆਪਾਂ ਵੱਖਰੀ ਕਰਦੇ ਹਾਂ ਤਾਂ ਕਈ ਵਾਰੀ ਅਟੈਂਡੈਂਸ ਇਜ਼ ਵੈਰੀ ਲੋ, ਅਤੇ ਵਿਦ ਦ ਰਿਜ਼ਲਟ ਕਿ ਕੁਛ ਕੰਮ ਹੋ ਨਹੀਂ ਪਾਉਂਦਾ। ਜਦੋਂ ਅਸੀਂ ਕੁਛ ਜਣੇ ਇਕੱਠੇ ਰਲ ਕੇ ਬੈਠਦੇ ਹਾਂ ਅਤੇ ਸਾਨੂੰ ਸਾਰਿਆਂ ਦੇ ਵਿਊਜ਼ ਜਿਹੜੇ ਨੇ ਉਹ ਇੱਕ ਇਸ਼ੂ 'ਤੇ ਮਿਲ ਜਾਂਦੇ ਨੇ। ਸੋ ਵੀ ਗੈਟ ਅ ਵਾਈਡਰ ਸੈਕਸ਼ਨ, ਬਰੋਡ ਬੇਸ ਬਣ ਜਾਂਦਾ ਸਾਡੇ ਵਿਊਜ਼ ਦਾ, ਔਰ ਅਸੀਂ ਕਿਸੇ ਨਤੀਜੇ 'ਤੇ ਫਿਰ ਬੈਟਰ ਪਹੁੰਚ ਸਕਦੇ ਹਾਂ। ਕਲੈਕਟਿਵ ਜਿਹੜੀ ਹੈ ਵਿਜ਼ਡਮ ਹੈ ਉਹ ਆਪਣਾ ਵੈਸੇ ਵੀ ਇੱਕ ਆਪਣੀ ਇੰਸਟੀਟਿਊਸ਼ਨ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੋਇਆ। ਸੋ ਜਿੰਨੇ ਜਣੇ ਅਸੀਂ ਆਈ ਫੀਲ ਕਿ ਜਿਹੜੇ ਵੀ ਮੈਂਬਰਸ ਆਪਾਂ ਹੈਗੇ ਹਾਂ ਐਡਵਾਈਜ਼ਰੀ ਕਾਉਂਸਲ ਦੇ, ਇਟ ਇਜ਼ ਆਵਰ ਡਿਊਟੀ, ਇਟ ਇਜ਼ ਆਪਾਂ ਸੈਲਫ ਅਸਾਈਨਡ ਡਿਊਟੀ ਵੀ ਹੈ ਅਤੇ ਸਾਡੀ ਗੁਰੂ ਪ੍ਰਤੀ ਡਿਊਟੀ ਵੀ ਹੈ। ਇਟਸ ਨੋਟ ਕਿ ਆਪਾਂ ਕਿਸੇ ਵਾਸਤੇ ਇੱਥੇ ਆਏ ਹਾਂ, ਸਾਡਾ ਫਰਜ਼ ਆਪਣੀ ਕੌਮ ਪ੍ਰਤੀ ਹੈ। ਸੋ ਜਿਹੜੇ ਹੈਗੇ ਨੇ ਦਰਦੀ, ਵੀ ਆਰ ਵੈਰੀ ਥੈਂਕਫੁਲ ਕਿ ਤੁਸੀਂ ਪਹੁੰਚਦੇ ਹੋ, ਕਿਉਂਕਿ ਇਹ ਸਾਡਾ ਸਾਂਝਾ ਕੰਮ ਹੈ। ਬਾਕੀ ਜਿਹੜਾ
ਜਿਹੜਾ ਲੋਕੇਟ ਐਂਡ ਬ੍ਰਿੰਗ ਟੂਗੇਦਰ ਆਰਗੇਨਾਈਜੇਸ਼ਨ, ਇੱਕ ਤੇ ਜਿਵੇਂ ਮੁਲਤਾਨੀ ਸਾਹਿਬ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਕੰਟੈਕਟ ਕਰੀਏ। ਦੂਸਰਾ ਅਨਦਰ ਥਿੰਕ ਜਿਹੜੀ ਆਪਾਂ ਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਹਾਂ, ਸਾਨੂੰ ਜਗਦੀਪ ਸਿੰਘ ਜੀ ਇਜ਼ ਹੀਅਰ ਵਿਦ ਅਸ, ਹੀ ਕੈਨ ਹੈਲਪ ਅਸ ਐਂਡ ਆਲਸੋ ਗਾਈਡ ਅਸ। ਇੱਕ change.org ਤੇ ਇੱਕ ਛੋਟੀ ਜਿਹੀ ਪਟੀਸ਼ਨ ਚੱਲ ਜਾਂਦੀ ਹੈ, ਆਪਾਂ ਉਹ ਇੰਨਾ ਕੁ ਸਿੰਪਲ ਜਿਹਾ ਇੱਕ ਸੈਂਟੈਂਸ ਫਰੇਮ ਕਰਕੇ, ਆਫ ਕੋਰਸ ਉਹਦੀ ਬੈਕਗਰਾਊਂਡ ਸਾਰੀ ਐਕਸਪਲੇਨ ਕਰਕੇ, ਬਟ ਇੱਕ ਫਾਈਨਲੀ ਇੱਕ ਸਿੰਪਲ ਜਿਹਾ ਕੁਐਸਚਨ ਪਾ ਕੇ ਵੀ ਡੂ ਵੀ ਵਾਂਟ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਉੱਥੇ ਇੰਡੀਪੈਂਡੈਂਟ ਔਰ ਟਰਾਂਸਪੇਰੈਂਟ ਔਰ ਸੋਵਰਨ ਫੰਕਸ਼ਨਿੰਗ ਹੋਣੀ ਚਾਹੀਦੀ ਹੈ। ਸੋਵਰਨ ਤਾਂ ਸਾਡੀ ਇੰਸਟੀਟਿਊਸ਼ਨ ਹੈ ਹੀ, ਪਰ ਉਹਦੀ ਫੰਕਸ਼ਨਿੰਗ ਨੂੰ ਅਸੀਂ ਕਿਵੇਂ ਇਨਸ਼ੋਰ ਕਰਨਾ ਹੈ। ਸੋ ਇੱਕ ਸਿੰਪਲ ਜੀ ਲਾਈਨ ਜਾਂ ਕੁਐਸਚਨ ਫਰੇਮ ਕਰਕੇ ਐਂਡ ਵੀ ਕੈਨ ਸੇ ਇਫ ਯੂ ਐਗਰੀ ਪਲੀਜ਼ ਕਲਿੱਕ। It should be as simple as a click. Nobody should have to do anything more than that. So with that we'll get a pile of signatures that will help us and give us weightage to our demand. और ये ਆਪਾਂ ਜਿਹੜੇ ਸਾਰੇ data collect ਕਰ ਰਹੇ ਹਾਂ ਇਹਨਾਂ ਦੇ through ਵੀ ਆਪਾਂ on paper also we can get signatures. So as far as this point is concerned, this is my suggestion. Online petition, simple one. For asking for just a click. ਇਸ ਪਟੀਸ਼ਨ ਦੇ ਉੱਤੇ ਪਾਣੀ ਚਾਹੀਦੀ ਹੈ ਜਾਂ ਨਹੀਂ ਪਾਣੀ ਚਾਹੀਦੀ, ਮੈਂ ਜਿਹੜੇ ਮੈਂਬਰ ਆਪਣੇ ਆਨਲਾਈਨ ਹੈਗੇ ਨੇ, ਇਨ ਕੇਸ ਦੇ ਹੈਵ ਐਨੀ ਪੁਆਇੰਟ ਔਨ ਦਿਸ, ਕਾਈਂਡਲੀ ਲੈਟ ਅਸ ਨੋ ਐਂਡ ਹਾਊ ਬੈਸਟ ਵੀ ਕੈਨ ਡੂ ਇਟ। ਪਲੀਜ਼ ਗਿਵ ਯੋਰ ਸੁਜੈਸ਼ਨਸ ਔਨ ਦੈਟ। ਕੌਣ? ਹਾਂਜੀ ਹਾਂਜੀ ਗੁਰਬੀਰ ਜੀ ਤੁਸੀਂ ਬੋਲੋ। ਆਓ ਹਾਂਜੀ। I would like to bring up a few points on this. Study the way I'm trying to touch the next activity and the staff really global support. The thing is, as far as STPC is concerned, I just opened up the Act, this Gurdwara Act. It is an act which is provided for the better administration of certain Gurdwaras. Now, the mandate ਜਿਹੜੀ ਆਪਾਂ ਦਿੰਦੇ ਹਾਂ ਜਦੋਂ ਵੀ ਮੈਂ ਐਜ਼ ਅ ਸਿੱਖ ਆਪਣੀ ਵੋਟ ਪਾਣਾ ਹੈਗਾ ਟੂ ਇਲੈਕਟ ਅ ਮੈਂਬਰ ਆਫ STPC, ਉਸ ਦੇ ਵਿੱਚ ਜਿਹੜੀ ਮੈਂ ਉਹ ਮੈਂਡੇਟ ਦੇ ਰਿਹਾ ਹੈਗਾ ਉਹ ਕੰਦੀ ਐਡਮਿਨਿਸਟ੍ਰੇਸ਼ਨ ਆਫ ਸਰਟਨ ਗੁਰਦੁਆਰਾ, ਜਿਸ ਦੇ ਅੰਡਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਹੁੰਦੀ ਹੈ। ਬਟ ਇਟ ਇਜ਼ ਉਹ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹ ਇੱਕ ਉਸ ਬਾਡੀ ਵੱਲੋਂ ਹੋ ਰਹੀ ਹੈ ਜਿਸ ਨੂੰ ਮੈਂਡੇਟ ਇਜ਼ ਓਨਲੀ ਫॉर ਐਡਮਿਨਿਸਟ੍ਰੇਸ਼ਨ ਪਾਰਟ ਆਫ ਦੈਟ ਗੁਰਦੁਆਰਾ ਸਾਹਿਬ। ਉਹਦੇ ਵਿੱਚ ਕੀ ਹੈਗਾ ਕਿ ਜਿਹੜੀ ਅਸੀਂ ਮੈਂਡੇਟ ਦੇ ਰਹੇ ਹਾਂ, ਵਾਟ ਆਈ ਐਮ ਟ੍ਰਾਈਂਗ ਟੂ ਕਮ ਡਾਊਨ ਟੂ ਇਜ਼ ਵੀ ਥਰੂ ਦਿਸ STPC ਦਾ ਜਦੋਂ ਬੋਰਡ ਇਲੈਕਟ ਹੁੰਦਾ ਹੈਗਾ ਉਸ ਦੇ ਵਿੱਚ ਅਸੀਂ ਉਹ ਮੈਂਡੇਟ ਨਹੀਂ ਦਿੰਦੇ ਜਿਸ 'ਚ we are giving them to take decisions on aspirations of the Sikh community, whether it is political or economical, whether it is our social obligations, whether it is our social conduct and other things, even temporal. Even there are temporal issues that we mandate नहीं दे। What I am trying to put across is that by any stretch of imagination, through this process of electing anybody into the STPC, we are not saying that they represent the Sikh community. एक ये बात बड़ी क्लियर होनी चाहिए। ਆਪਾਂ ਕਈ ਵਾਰੀ ਕੀ ਕਰਦੇ ਹੈਗੇ ਆ ਕਿ ਆਪਾਂ ਅਨਨੈਸੈਸਰਲੀ certain mandates ਆਪਾਂ ਉਹੀ ਦੇਖਦੇ ਹੈਗੇ ਆ STPC. Why? Because an alternate system does not exist which will take care of our temporal issues, which will take care of our political and economic aspirations. ਉਸ ਵਾਸਤੇ ਚਲੋ ਪੋਲੀਟੀਕਲ ਐਸਪੀਰੇਸ਼ਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਈ, ਹੁਣ ਉਹ ਜਿਹੜੇ ਹੈਗੇ ਆ ਉਹ A to Z ਸ਼੍ਰੋਮਣੀ ਅਕਾਲੀ ਦਲ ਬਣੇ ਪਏ ਐਂਡ ਨਨ ਆਫ ਦੀਸ ਅਕਾਲੀ ਦਲ ਇਹ ਨਹੀਂ ਵੀ ਇਕੱਲੇ ਇਹ ਕੋਈ ਬਾਦਲ ਅਕਾਲੀ ਦਲ ਦੀ ਗੱਲ ਹੈ ਜਾਂ XYZ ਦੀ ਗੱਲ ਹੈ, ਕੋਈ ਵੀ ਜਿਹੜਾ ਹੈਗਾ ਅਕਾਲੀ ਦਲ ਉਹ ਪੋਲੀਟੀਕਲ ਐਸਪੀਰੇਸ਼ਨ ਆਫ ਦ ਸਿੱਖ ਕਮਿਊਨਿਟੀ ਨੂੰ ਨਹੀਂ ਰਿਪਰੈਜ਼ੈਂਟ ਕਰ ਰਿਹਾ ਐਂਡ ਦੇ ਆਰ ਨਾਟ ਇਵਨ ਇੰਟਰਸਟਿਡ ਇਨ ਦੈਟ। ਸੋ ਮੇਰੀ ਇਹ ਹੈਗੀ ਹੈ ਵੀ ਜਿਹੜੀ ਪਟੀਸ਼ਨ 'ਚ ਉਹ ਚੀਜ਼ ਕਹੋ ਕਿ
don't let us not try to give a mandate which is outside the mandate which we have given to SCB. That would not be done by IOSS. This is my one concern. क्योंकि IOSS ਦੇ ਵਿੱਚ ਜਿਹੜਾ ਹੈਗਾ ਆਪਣੇ ISC ਦੇ ਵਿੱਚ it is very very clear we should be a body which should be giving alternate systems. जिस ਦੇ ਵਿੱਚ ਆਪਣੀਆਂ ਜਿਹੜੀਆਂ ਐਸਪੀਰੇਸ਼ਨਸ ਹੈਗੀਆਂ ਉਹ ਆਪਣੀਆਂ ਆਪਾਂ ਮੀਟ ਕਰੀਏ ਜਿਹੜੀ ਐਸਪੀਰੇਸ਼ਨ ਆਫ ਆਪਣੀ ਪੋਲੀਟੀਕਲ ਐਸਪੀਰੇਸ਼ਨਸ ਹੈ ਆਪਣੀ ਇਕਨੋਮਿਕ ਐਸਪੀਰੇਸ਼ਨਸ ਹੈ to conduct है अपनी in the international politics ਆਪਾਂ ਕਿੱਥੇ ਖੜੇ ਹੈਗੇ ਹਾਂ ਉਸ ਤੋਂ ਬਾਅਦ ਜਿਹੜਾ ਹੈਗਾ international economic borders ਤੇ ਸਾਡਾ ਕੀ ਹੈਗਾ all these things have to have another set of I would say you can say a formal organization you can take care of all these things. ਇਹ ਜਿਹੜੀਆਂ ਹੈਗੀਆਂ these mandates were never given to SCB. SCBC ਨੇ ਤਾਂ ਐਵੇਂ ਰਿਸਰਚ ਕਰ ਲਿਆ ਰਿਸਰਚ ਕਰਕੇ ਐਵੇਂ ਆਪਦਾ ਠੇਕਾ ਲੈ ਲਿਆ ਕਿ ਅਸੀਂ ਰਿਪਰੈਜ਼ੈਂਟ ਕਰਦੇ ਹੈਗੇ ਹਾਂ ਇਸ ਕਮਿਊਨਿਟੀ ਨੂੰ ਕੋਈ ਵੀ ਜਿਹੜੀ BSCMC ਹੈ ਭਾਵੇਂ SCBC ਹੈ ਭਾਵੇਂ ਕੋਈ ਵੀ ਗੁਰਦੁਆਰਾ ਬੋਡੀ ਹੈ it is only for the better administration of the Gurdwara and matters related there. We have never given them things कि भी हाँ तुम साढ़े जो टेम्पोरल इशूज है इंडिया बाणी के इशूज रहे हैं उत्थे बैठे फतवे दे देंगे हैं यूज गिवन दैट द अथॉरिटी टू गिव अ फतवा जी इसमें किसी कम्युनिकेट कर दो इन्हों बाहर कढ़ता एक दूसरी गल ये हैगी है आई डोंट नो दैट एटलीस्ट आई हैव नॉट कम अक्रॉस एनी हुक्मनामा बाय द पंज जथेदार साहिबान जिस दे विच इन्हां ने विच इज इंस्पायर्ड बाय गुरबाणी या बाय गुरमत वो एक भी कट के मैंने मैं ये गल जैली हरप्रीत सिंह होरां नूं उन्हां दे अगे भी कही सी इन मीटिंग मैं कभी से जी सरकार साहब से जथेदार साहब से लोग ये नहीं करते मैं कह जी एक होर ट्राई कर लो मुझे ਆਪਾਂ ਸੱਜੇ ਖੱਬੇ ਜੰਪ ਤੇ ਕਰਦੇ ਹੀ ਆ ਬਾਣੀ ਦੀ ਲੋਕ ਆਪਣਾ ਲੈ ਕੇ ਦੇਖੋ ਚਾਹੇ ਤੁਹਾਡਾ ਪਾਰਟਾਰਾ ਹੋਵੇ ਸੋ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਸਿੱਖੀ ਦਾ ਐਸਪੈਕਟ ਹੈ ਉਹਨੂੰ ਦਿੱਲੀ ਤੇ ਟੰਗ ਕੇ ਇਹਨਾਂ ਨੇ ਯੂਜ਼ਰਸ ਕਰਕੇ ਦੋਸ ਪਾਵਰ ਵਿਚ ਵੀ ਹੈਵ ਨੈਵਰ ਗਿਵਨ ਟੂ ਦੈਮ ਐਜ਼ ਅ ਸਿੱਖ ਕਮਿਊਨਿਟੀ ਮੈਨੂੰ ਦੱਸੋ ਕਿ ਆਪਾਂ ਕਿੱਥੇ ਦਿੱਤੀ ਹੈ ਉਹ ਬਿਲਕੁਲ ਜਥੇਦਾਰ ਸਾਹਿਬਾਨ ਨੂੰ ਸਤਾਸਤ ਦੇ ਜਥੇਦਾਰ ਸਾਹਿਬਾਨ ਨੂੰ ਜਾਂ ਪਰ ਹਾਂ ਇਹਨਾਂ ਨੂੰ ਇਹ ਪੰਜ ਜਿਹੜੇ ਜਥੇਦਾਰ ਸਾਹਿਬਾਨ ਨੇ ਅੰਡਰ ਦ ਐਕਟ ਜਿਹੜੇ ਪੰਜੇ ਦਸਤਾਂ ਦੇ ਸਾਹਿਬਾਨ ਨੇ ਉਹ ਦੇ ਆਰ ਪਾਰਟ ਆਫ ਦ ਬੋਰਡ ਨਾਓ ਵੀ ਕੈਨ ਹੀਅਰ ਯੂ ਸੋ ਮੇਰਾ ਤਾਂ ਇਹ ਨਹੀਂ ਗੱਲ ਮੇਰਾ ਇਹ ਸੀਗਾ ਜੀ ਕਿ ਜਿਹੜੇ ਇਹ ਪੰਜ ਜਥੇਦਾਰ ਸਾਹਿਬਾਨ ਨੇ ਇਹ ਇਹਨਾਂ ਨੂੰ ਅੰਡਰ ਦ ਲਾਅ ਦੇ ਆਰ ਪਾਰਟ ਆਫ ਦ ਬੋਰਡ ਜਿਸ ਬੋਰਡ ਦੀ ਇਲੈਕਟਡ ਜਿਹੜੀ ਬੋਡੀ ਹੈ ਉਹ ਭਾਈ ਜੀ ਦੇ ਨਾਮ ਦੇ ਨਾਲ ਜਾਣਦੇ ਇਹ ਲੀਗਲ ਸਿਚੁਏਸ਼ਨ ਵੀਰ ਜੀ ਇਸ ਲੀਗਲ ਸਿਚੁਏਸ਼ਨ ਦੇ ਵਿੱਚ ਕਦੀ ਵੀ ਮੈਂਡੇਟ ਇਹ ਨਹੀਂ ਬਿਲਕੁਲ ਠੀਕ ਗੱਲ ਹੈ ISC should be the last organization to give that अपनी more ਦੇ ਅੰਡਰ ਪਾਰਟੀ ਕੇ ਜੀ ਹਾਂ you are authorized that should be एक authorized ਕਰੋਗੀ ਬਾਕੀ ਤਾਂ ਆਪਾਂ ਉਹਨਾਂ ਨੂੰ ਕਹੋ ਨਾ ਕਿਹੜਾ ਪਹਿਲਾਂ ਇੰਨੀ ਹੀ ਬੇਨਤੀ ਹਾਂਜੀ ਵੀਰ ਜੀ ਮੇਰੀ ਤੁਸੀਂ ਬਹੁਤ ਸਹੀ ਤਰੀਕੇ ਨਾਲ ਉਹਨਾਂ ਦੀ ਅਥਾਰਟੀ ਤੇ ਉਹਨਾਂ ਨੂੰ ਜੋ ਕੁਝ ਦਿੱਤਾ ਗਿਆ ਹੈ ਉਹਦੇ ਤੇ ਬਹੁਤ ਸਹੀ ਕਿਹਾ ਪਰ ਮੇਰਾ ਇੱਕੋ ਹੀ ਬੇਨਤੀ ਇਹ ਹੈਗੀ ਹੈ ਕਿ ਜਦੋਂ ਉਹਨਾਂ ਨੇ ਕੁਝ ਇਖਤਿਆਰ ਨਾ ਦਿੱਤਿਆਂ ਬਿਨਾਂ ਲੈ ਲਏ ਨੇ ਔਰ ਉਹਦਾ ਮਿਸਯੂਜ਼ ਵੀ ਕਰ ਰਹੇ ਨੇ ਮੈਂ ਤੇ ਓਪਨਲੀ ਕਹਿਣਾ ਕਿ ਉਹ ਮਿਸਯੂਜ਼ ਵੀ ਹੋ ਰਿਹਾ ਇਸ ਚੀਜ਼ ਨੂੰ ਇਹਦਾ ਸੋਲੂਸ਼ਨ ਜੋ ਅਸੀਂ ਸੋਚਦੇ ਹਾਂ ਉਹ ਇਹ ਹੈਗਾ ਕਿ ਜਿਹੜਾ ਇਲੈਕਸ਼ਨ ਪ੍ਰੋਸੀਜਰ ਇਹਦਾ ਹੈ ਆਪਣਾ SGPC ਦਾ ਜਾਂ SGPC ਦੇ ਜਿਹੜੇ ਇਲੈਕਟਡ ਮੈਂਬਰ ਹੈਗੇ ਨੇ ਜਦੋਂ ਤੱਕ ਅਸੀਂ ਆਪਣੀ ਸੋਚ ਵਾਲੇ ਜਿਹੜੀ ਸੋਚ ਆਪਾਂ ਅੱਜ ਇਹਨੂੰ ਕਰ ਰਹੇ ਹਾਂ ਉਹ ਸੋਚ ਵਾਲੇ ਬੰਦੇ ਸਾਡੇ ਕੋਲ ਉੱਥੇ ਨਹੀਂ ਹੋਣਗੇ ਤੇ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਇਸ ਚੀਜ਼ ਤੋਂ ਹਟਾ ਨਹੀਂ ਸਕਦੇ ਅਲਟੀਮੇਟਲੀ ਅਸੀਂ ਉੱਥੇ ਹੀ ਆ ਰਹੇ ਹਾਂ ਅਸੀਂ ਇਲੈਕਸ਼ਨ ਪ੍ਰੋਸੀਜਰ ਦਾ ਪ੍ਰੋਸੈਸ ਪੁੱਛਣ ਗਏ ਕਿਧਰੋਂ ਤੇ ਮੈਂ ਇਤਨਾ ਹੈਰਾਨ ਹੋਇਆ ਕਿ ਬਈ ਇਸ ਤਰ੍ਹਾਂ ਵੀ ਹੋ ਸਕਦੀ ਹੈ ਇਲੈਕਸ਼ਨ ਕਿਉਂਕਿ ਜਦੋਂ ਉਹਨਾਂ ਦੇਵਰ ਇਨ
ਪੋਲੀਟੀਕਲ ਪਾਵਰ ਪੰਜਾਬ ਗੌਰਮੈਂਟ ਦੇ ਉੱਤੇ। ਔਰ ਉਸ ਵੇਲੇ ਉਹਨਾਂ ਨੇ SGPC ਕੀ ਕਰਦੀ ਸੀ ਕਿ ਵੀ ਜਿੰਨੀ ਜਿਹੜੀ ਇਲੈਕਸ਼ਨ ਕਰਾਈ ਹੈ 10 11 12 ਦੇ ਵਿੱਚ ਵੀ ਹੈਵ ਸੀਨ ਇਟ, ਉਹਦੇ ਵਿੱਚ ਕੋਈ ਬੰਦਾ ਇੱਕ ਬੰਦੇ ਤੋਂ ਬਿਨਾਂ ਕੋਈ ਹੋਰ ਜਿੱਤਿਆ ਨਹੀਂ। ਇਹਨਾਂ ਦੇ ਆਪਣੇ ਸਾਰੇ ਹੀ ਮੈਂਬਰ ਇਹਨਾਂ ਦੇ ਆਪਣੇ ਸਨ ਔਰ ਨਾਮੀਨੇਟਡ ਵੀ। ਪਤਾ ਲੱਗਾ ਕਿ ਜਿਹੜਾ ਇਲੈਕਟੋਰਲ ਰੋਲ ਬਣਨਾ ਹੈਗਾ ਉਹ ਵੀ SGPC ਆਪ ਬਣਾਉਂਦੀ ਹੈ ਅੰਡਰ ਦਾ ਦਿਸ ਵਨ ਇਲੈਕਸ਼ਨ ਕਮਿਸ਼ਨ ਦੇ ਵਿੱਚ। ਜੀ ਸਾਨੂੰ ਦੇ ਦਿਓ, ਅਸੀਂ ਬਣਾ ਦਿੰਦੇ ਹਾਂ ਤੁਹਾਨੂੰ। ਅਸੀਂ ਉਸ ਦੇ ਉੱਤੇ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਜਿਹੜੀ ਅਗਲੀ ਇਲੈਕਸ਼ਨ ਆਉਣੀ ਹੈ ਜਿਹਦੀ ਪਤਾ ਨਹੀਂ ਕਿਸੇ ਵੇਲੇ ਵੀ ਹੋ ਜਾਏ, ਅੱਗੇ ਉਹ 15 ਤੋਂ 20 ਦਿਨ ਦਿੰਦੇ ਨੇ ਲੋਕਾਂ ਨੂੰ ਵੋਟਾਂ ਰਜਿਸਟਰ ਕਰਨ ਵਾਸਤੇ। ਔਰ ਵੋਟਾਂ ਵੀ ਉੱਥੇ ਹੀ ਰਜਿਸਟਰ ਹੁੰਦੀਆਂ ਨੇ ਜਿਨ੍ਹਾਂ ਦੇ ਉਹ ਫਾਰਮ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਕੋਲੋਂ ਲੈ ਕੇ SGPC ਦੇ ਮੈਂਬਰ ਆਪਣੇ ਹੀ ਗੁਰਦੁਆਰਿਆਂ 'ਚੋਂ ਭਰਾ ਕੇ ਔਰ ਉਹਨਾਂ ਨੂੰ ਕਹਿੰਦੇ ਜੀ ਹੁਣ ਵੋਟਾਂ ਪਾਓ। ਇਹ ਤਾਂ ਉਹ ਹੋ ਗਿਆ ਵੀ ਪਹਿਲਵਾਨ ਨੂੰ ਕਿਹਾ ਵੀ ਆ ਜਾ ਕੁਸ਼ਤੀ ਕਰੀਏ, ਮੈਂ ਤੇਰੀਆਂ ਬਾਹਾਂ ਵੀ ਬੰਨ੍ਹ ਦੇਣੀਆਂ ਨੇ ਅਤੇ ਤੇਰੀਆਂ ਲੱਤਾਂ ਵੀ ਬੰਨ੍ਹ ਦੇਣੀਆਂ ਅਤੇ ਹੁਣ ਖਾੜੇ 'ਚ ਤੇਰੀ ਕੰਡ ਲਗਾ ਦੇਣੀ ਹੈ। ਸਾਡੇ ਨਾਲ ਇਹ ਹੋ ਰਿਹਾ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਜਿਹੜੀ ਜੜ੍ਹ ਤੋਂ ਜਿੱਥੋਂ ਖਰਾਬੀ ਹੈ, ਜਦੋਂ ਤੱਕ ਅਸੀਂ ਉਹਨੂੰ ਪਹਿਲਾਂ ਨਹੀਂ ਸਵਾਰਦੇ, ਅਸੀਂ ਕਿਸੇ ਉਹਨਾਂ ਦੀ ਅਥਾਰਟੀ ਲਿੱਤੀ ਹੋਈ ਨੂੰ ਕੋਈ ਮਨਾ ਨਹੀਂ ਕਰ ਸਕਦਾ ਸੀ। ਦੇਖਿਆ ਅਸੀਂ ਕਿੰਨੀਆਂ ਸੈਮੀਨਾਰ, ਕਿੰਨੀਆਂ ਸੋਸ਼ਲ ਮੀਡੀਆ, ਕਿੰਨੇ ਲੈਟਰ। ਮੈਂ ਇੱਕ ਤੁਹਾਨੂੰ ਜਿਹੜਾ ਲੈਟਰ ਇਹਨਾਂ ਨੂੰ ਕਮੇਟੀ ਨੂੰ ਲਿਖਿਆ ਗਿਆ ਸੀ ਸਾਡੇ ਵੱਲੋਂ ਅਤੇ IOSS ਵੱਲੋਂ, ਉਹ ਜੇ ਮੈਂ ਪੜ੍ਹ ਕੇ ਸੁਣਾਵਾਂ ਤਾਂ ਉਹਦੇ ਸਾਰਾ ਕੁਝ ਜੋ ਤੁਸੀਂ ਵੀਰ ਜੀ ਕਿਹਾ ਹੈਗਾ ਉਹ ਸਾਰਾ ਕੁਝ ਪ੍ਰਪੋਜ਼ ਕੀਤਾ ਸੀ ਕਿ ਤੁਹਾਨੂੰ ਇਹ ਅਥਰਾਈਜ਼ ਹੀ ਨਹੀਂ ਜੋ ਕਿ ਤੁਸੀਂ ਕਰ ਰਹੇ ਹੋ। ਪਰ ਉਹ ਕਹਿੰਦੇ ਜੀ ਹੁਣ ਅਸੀਂ ਬੈਠੇ ਹਾਂ ਕੁਰਸੀਆਂ 'ਤੇ, ਕਿਸ ਤਰ੍ਹਾਂ ਹਟੀਏ। ਇਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਹ ਜਿਹੜੀ ਮੁਹਿੰਮ ਚਲਾਈ ਹੈਗੀ ਹੈ। ਪਹਿਲਾਂ ਲੋਕਾਂ ਨੂੰ ਵਿਚਾਰਧਾਰਾ ਜਿਹੜੀ ਹੈ ਉਹ ਇਹ ਕਰਨੀ ਹੈ ਕਿ ਬਈ ਇਹ ਕੰਮ ਠੀਕ ਨਹੀਂ ਹੋ ਰਿਹਾ। ਜੇ ਠੀਕ ਨਹੀਂ ਹੋ ਰਿਹਾ ਤਾਂ ਅਸੀਂ ਇਹਦੇ ਵਾਸਤੇ ਕੀ ਸੁਜੈਸਟ ਕਰ ਰਹੇ ਹਾਂ। ਆਰ ਯੂ ਐਗਰੀਇੰਗ ਵਿਦ ਦਿਸ? ਇਫ ਐਗਰੀਇੰਗ ਵੈਲ ਐਂਡ ਗੁੱਡ, ਇਫ ਨਾਟ ਐਗਰੀਇੰਗ ਵਟ ਇਜ਼ ਯੂਅਰ ਓਪੀਨੀਅਨ ਅਬਾਊਟ ਇਟ। ਠੀਕ ਹੈ, ਅਗਰ ਅਸੀਂ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਕੱਠੀਆਂ ਕਰਕੇ ਕਿਸੇ ਤਰੀਕੇ ਨਾਲ ਪਹੁੰਚੀਏ ਅਤੇ ਫਿਰ ਮੇਰਾ ਖਿਆਲ ਹੈ ਅਸੀਂ ਕਿਧਰੇ ਨਾ ਕਿਧਰੇ ਇਹਦਾ ਹੱਲ। ਬੀਇੰਗ ਏ ਸਟੈਚੂਟਰੀ ਬਾਡੀ ਆਫ ਬੀਇੰਗ SGPC statutory body, Government of India is recognizing all decisions taken by them। ਦੀ ਮੈਂਬਰਸ਼ਿਪ ਦਾ ਹੀ ਹੈਗਾ ਜਾਂ ਉੱਥੇ ਜਿਹੜੀ ਵੀ ਪਾਰਟੀ ਦਾ ਪੋਲੀਟੀਕਲ ਪਾਰਟੀ ਜਿਹੜੀ ਹੈ ਸੰਗਤ ਤੋਂ ਸਿਆਸਤ ਜਿਹੜੀ ਹੈ ਉਹ ਸਿਆਸਤ ਹਾਵੀ ਹੋਈ ਹੈ। ਸੰਗਤ ਜਿਹੜੀ ਹੈ ਜਿਹਦੇ ਕਰਕੇ ਹੋਣਾ ਚਾਹੀਦਾ ਸੀ ਉਹ ਹਾਵੀ ਨਹੀਂ ਹੈਗੀ, ਉਹ ਥੱਲੇ ਹੈਗੀ ਹੈ। ਜਿਸ ਤਰ੍ਹਾਂ ਅਕਾਲ ਤਖਤ ਤੋਂ ਤੁਹਾਨੂੰ ਦਰਬਾਰ ਸਾਹਿਬ 'ਤੇ ਦਿਖਾਈ ਦੇ ਜਾਏਗਾ, ਪਰ ਦਰਬਾਰ ਸਾਹਿਬ ਤੋਂ ਅਕਾਲ ਤਖਤ ਦਿਖਾਈ ਨਹੀਂ ਦਿੱਤਾ ਕਿਉਂਕਿ ਉੱਥੇ ਗੁਰਬਾਣੀ ਦਾ ਜਿਹੜਾ ਜ਼ੋਰ ਹੈਗਾ ਉਹ ਉਸੇ ਨੂੰ ਹੀ ਰੱਖਣਾ ਚਾਹੀਦਾ। ਪਰ ਜਿਸ ਤਰ੍ਹਾਂ ਅਸੀਂ ਬਾਹਰ ਨਿਕਲਦੇ ਹਾਂ, ਵੀਰ ਜੀ ਨੇ ਬਿਲਕੁਲ ਠੀਕ ਕਿਹਾ ਹੈਗਾ, ਜਦੋਂ ਤੱਕ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਕਹੀਏ ਕਿ ਇਸ ਗੁਰਬਾਣੀ ਦੇ ਆਧਾਰ 'ਤੇ ਕੰਮ ਕਰਕੇ ਦਿਖਾਓ ਅਤੇ ਉਹ ਤਾਂ ਹੀ ਕਰਨਗੇ ਜੇ ਸਾਡੇ ਉੱਤੇ ਮੈਂਬਰ ਹੋਣਗੇ। ਅਸੀਂ ਹੋ ਸਕਦਾ ਪਹਿਲੀ ਵਾਰੀ 'ਚ ਨਾ ਪੂਰੇ ਉਹਨਾਂ ਦੇ ਬਹੁਮਤ 'ਤੇ ਜਾ ਸਕੀਏ, ਪਰ ਜਿਹੜੀ ਆਪੋਜੀਸ਼ਨ ਵੀ ਹੋਵੇ ਜਿਹੜੀ ਓਪਨਲੀ ਉੱਠ ਕੇ ਕਹੇ ਤਾਂ ਸਹੀ ਕਿ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਰੁਕਣਾ ਪਏਗਾ। ਮੈਂ ਦੂਸਰੇ ਸੱਜਣਾਂ ਨੂੰ ਵੀ ਕਹਿਣਾ ਕਿ ਆਪਣਾ ਆਪਣਾ ਵਿਚਾਰ ਦਿਓ। ਪ੍ਰੋਫੈਸਰ ਸਾਹਿਬ ਤੁਸੀਂ ਮਾਨਸਾ ਤੋਂ ਬੋਲੋ ਜੀ। ਕਨਕਧਾਰੀ ਤੁਸੀਂ ਉਹਨੇ ਚਿਰ ਲੈ ਲਓ, ਉਹ ਠੀਕ ਕਰਦੇ ਨੇ ਆਪਣੇ ਆਪ ਨੂੰ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਕਹੀਏ ਹਾਂ ਆਡੀਬਲ ਸਰ? ਹਾਂ ਵੀ ਯੂ ਆਰ ਕਰੈਕਟ। ਸਰ ਮੇਰਾ ਡਾਕਟਰ ਵਰਿੰਦਰ ਕੌਰ ਜੀ ਨੇ ਕਿਹਾ ਸੀ ਉਹ RTI ਦੇ ਬਾਰੇ। I just have one suggestion related to that. RTI should not be for SGPC because movement to the RTI for SGPC वो तो कहते हैं election commission करांदा है, साडा कोई वो करांदा है। It will be a one line reply. We should put the first RTI to the election commissioner कि भाई ये election कितना होंदे ने। Once they commit कि ये election SGPC तो इस तरह होंदे ने, then the next RTI should be to SGPC में election commission इतना कहना है हम उसी दसो। Then they will have no way to backtrack. Otherwise, SGPC will backtrack and put everything back on the election commission. No, she was talking about the petition also. Petition. RTI, can I speak? Please. RTI ਆਪਾਂ ਸੋਚ ਰਹੇ ਸੀਗੇ, ਬਟ ਦੈਨ ਲੇਟਰ ਆਈ ਵਾਸ ਆਲਸੋ ਥਿੰਕਿੰਗ ਕਿ ਜਿਹੜੀ RTI ਆਪਾਂ ਜੇ SGPC ਨੂੰ ਜਿਹੜੀ ਪਾਣੀ ਹੈ, ਵੀ ਕੈਨ ਜਸਟ ਆਸਕ them what happened to the committee that was formed in 2015
ਉਹ Therefore- ਕਮੇਟੀ ਦੀ ਕੀ ਪ੍ਰੋਗਰੈਸ ਰਿਪੋਰਟ ਹੈ, ਦੈਟ ਇਜ਼ ਵਾਟ ਵੀ ਕੈਨ ਆਸਕ ਦੈਮ ਸਿੰਪਲੀ, ਬਿਕੋਜ਼ ਉਹਨਾਂ ਨੇ ਖੁਦ ਕਮੇਟੀ ਬਣਾਈ ਸੀਗੀ ਔਰ ਸਾਰੇ ਸਿੱਖਾਂ ਤੋਂ ਸਾਰੇ ਪੰਥ ਤੋਂ ਸੁਜੈਸ਼ਨਸ ਮੰਗੀਆਂ ਸੀਗੀਆਂ ਔਰ ਐਂਡ ਸੋ ਵੀ ਵਾਂਟ ਟੂ ਸੀ ਵਾਟ SGPC ਹੈਜ਼ ਡਨ ਰਿਗਾਰਡਿੰਗ ਦੈਟ ਕਮੇਟੀ ਦੈਟ ਦੇ ਫਾਰਮਡ, ਦੈਟ ਸ਼ੁੱਡ ਬੀ ਆਲ ਰਾਈਟ ਆਸਕਿੰਗ ਦ SGPC। ਬਾਕੀ ਉਹ ਦੂਸਰੀ ਤੁਹਾਡੀ ਗੱਲ ਠੀਕ ਹੈ ਅਤੇ ਨਾਲੇ ਜਿਹੜਾ ਗੁਰਬੀਰ ਸਿੰਘ ਜੀ ਵੀ ਕਹਿ ਰਹੇ ਸੀਗੇ ਹੀ ਇਜ਼ ਵੈਰੀ ਰਾਈਟ ਔਨ ਵਾਟ ਐਵਰ ਹੀ ਸੈਡ, ਦੈਟ ਇਜ਼ ਦ ਐਗਜ਼ੈਕਟ ਪੋਜੀਸ਼ਨ ਅਤੇ ਐਂਡ ਆਲਸੋ ਵਾਟ ਹੀ ਸੈਡ ਅਬਾਊਟ ਦ ਰੋਲ ਆਫ ਦ ISC। ਲੇਕਿਨ ਉਹਦਾ ਸਿਰਫ ਇਹੀ ਹੈ, ਆਈ ਆਲਸੋ ਫੀਲ ਕਿ ਜਿਹੜਾ ਸਾਡੀ ਅਪਰੋਚ ਹੋਏਗੀ ਇਟ ਵਿਲ ਹੈਵ ਟੂ ਬੀ ਟੂ ਪ੍ਰੋਂਗਡ। One is of course seeing if things are going right in the election system or not, just to make sure ਕਿ ਸਾਡੇ at least ਬੰਦੇ ਜਿਹੜੇ ਗੁਰਦੁਆਰਿਆਂ ਦੀ ਟੇਕ ਕੇਅਰ ਜਿਨ੍ਹਾਂ ਨੇ ਕਰਨੀ ਹੈ ਉਹ ਵੀ ਤਾਂ ਉੱਥੇ ਠੀਕ ਹੀ ਹੋਣੇ ਚਾਹੀਦੇ ਨੇ। ਉਹ ਫੰਡਸ ਜਿਹੜੇ ਸਾਰੇ ਉੱਥੇ ਆਉਂਦੇ ਨੇ ਦੇ ਸ਼ੁੱਡ ਨਾਟ ਬੀ ਮੈਨ ਹੈਂਡਲਡ ਔਰ ਬੈਡਲੀ ਹੈਂਡਲਡ। ਅਤੇ ਦੂਸਰਾ ਇਹ ਹੈ ਕਿ ਆਈ ਆਲਸੋ ਫੀਲ ਕਿ ਵੀ ਮਸਟ ਗਿਵ ਅ ਪ੍ਰਪੋਜ਼ਲ ਟੂ ਦ ਪੰਥ। We should give a proposal, we should constitute one or two proposals. One is it should have nothing to do with the legal system of any country for that matter. It could be we can create virtual constituencies depending upon the population of Sikhs in a particular area. और उत्थे सारा कुछ by selection होए। जे किते कैंਡੀਡੇਟ supposing ਕਿਸੇ ਸਟੇਜ ਤੇ ਕੈਂਡੀਡੇਟ ਇੱਕ ਚਾਹੀਦਾ ਹੈ, ਜੇ 2-3 ਆ ਵੀ ਜਾਣ ਅਤੇ ਉਹ ਕੋਈ ਦੱਸ ਰਿਹਾ ਸੀ ਮਲੇਸ਼ੀਆ 'ਚ ਕੋਈ ਗੁਰਦੁਆਰਾ ਹੈ, ਉਹ ਉਹਨਾਂ ਦੀ ਪਰਚੀ ਪਾ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਰਿਆਂ ਦੇ ਨਾਂ ਲਿਖ ਕੇ, ਉਹਨਾਂ ਵਿੱਚੋਂ ਚੁਣ ਲੈਂਦੇ ਨੇ, ਇੱਕ ਚੁਣ ਲੈਂਦੇ ਨੇ। ਸੋ ਦੈਟ ਵੇ ਈਵਨ ਦੈਟ ਥਿੰਗਸ ਲਾਈਕ ਦੈਟ ਕੈਨ ਬੀ ਇੰਟਰੋਡਿਊਸਡ। ਔਰ ਅਸੀਂ ਇੱਕ ਵਰਚੁਅਲ ਨੇਸ਼ਨ ਬਣਾਈਏ ਸਾਰੇ। ਇੱਕ ਡਾਟਾ ਦੀ ਬਹੁਤ ਲੋੜ ਹੋਏਗੀ, ਇਟ ਕੈਨ ਬੀ ਅ ਲੌਂਗ ਪ੍ਰੋਸੀਜਰ, ਪਰ ਅਸੀਂ ਸਾਰੇ ਸਿੱਖਾਂ ਨੂੰ ਵਰਲਡ ਵਾਈਡ ਉਹਨਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਉਹਨਾਂ ਨਾਲ ਅਸੀਂ ਕਮਿਊਨੀਕੇਟ ਕਰ ਸਕੀਏ ਔਰ ਅਸੀਂ ਇੱਕ nation ਬਣਾ ਸਕੀਏ on the planet. I think that should be our goal, and then we handle our at least ideological issues through that body and through that system. ਜਥੇਦਾਰ ਹੋਣ ਜਾਂ ਪੰਜ ਪਿਆਰੇ ਹੋਣ ਜਾਂ whatever, we can all think about that, but it has to be something I feel done by us, for us, and something like that. So we should come up with suggestions and share with the people worldwide. First is to ask them that we want an independent and transparent functioning at Akal Takht Sahib. Do we want it or not? When everybody will say yes, we are not talking about SGPC, we are just talking about Akal Takht Sahib. So once many people will say yes, then we can, next step, we can give them proposals that these are the two ways we need to come together and we need your participation. That is one way of going about it. Thank you. In this letter also what I referred to you to the committee which ਭੈਣ ਜੀ ਨੇ ਹੁਣੇ ਦੱਸਿਆ ਹੈ, ਇਸ ਲੈਟਰ ਦੇ ਉੱਤੇ ਸਾਰੀਆਂ ਵਟ ਇਜ਼ ਦਾ ਐਕਸਪੈਕਟੇਸ਼ਨ, ਦੀ ਇੰਪਲੀਮੈਂਟੇਸ਼ਨ, ਦੀ ਸਬਮਿਸ਼ਨ ਸਾਡੇ ਵੱਲੋਂ ਕੀ ਸੀ, ਅਸੀਂ ਉਹ ਵੀ ਦਿੱਤਾ ਸੀ। ਇਟ ਇਜ਼ ਇਨ ਦ ਸੇਮ ਲਾਈਨ ਵਟ ਵੀ ਆਰ ਡਿਸਕਸਿੰਗ ਰਾਈਟ ਨਾਓ, ਐਂਡ in case we will be sending it to all of you and you can read it, and now we are to take ਇਸੇ ਦੇ ਉੱਤੇ ਅਸੀਂ RTI ਪਾ ਕੇ ਕਿ ਜਿਹੜੀ ਕਮੇਟੀ ਬਣੀ ਸੀ ਇਸ ਕਮੇਟੀ ਦੇ ਉੱਤੇ ਆਪਣਾ ਕੀ ਕੰਮ ਹੋਇਆ ਇਸ ਵਾਸਤੇ RTI SGPC ਨੂੰ ਪਾ ਰਹੇ ਸੀ। ਹਾਂਜੀ, ਮੈਂ ਇੱਕ ਹੋਰ ਪੁਆਇੰਟ ਆਈ ਜਸਟ ਵਾਂਟਡ ਟੂ ਸ਼ੇਅਰ ਵਨ ਮੋਰ ਫੈਕਟ ਕਿ ਦ ਵਰਡ ਜਥੇਦਾਰ ਡਜ਼ ਨਾਟ ਐਗਜ਼ਿਸਟ ਇਨ ਦ ਐਂਟਾਇਰ ਸਿੱਖ ਗੁਰਦੁਆਰਾਜ਼ ਐਕਟ। ਸੋ whatever is being done is just through ਉਹ ਸਾਰੀ ਅਸੀਂ ਉਹ ਲੀਗਲ ਕਾਨਫਰੰਸ ਦੀ ਰਿਪੋਰਟ ਵਿੱਚ ਵੀ ਉਹਦੀ ਫਾਈਂਡਿੰਗਸ ਲਿਖੀਆਂ ਹੋਈਆਂ, ਇਹ SGPC ਨੂੰ ਵੀ ਲਿਖਿਆ ਸੀਗਾ। ਸੋ whatever is happening is totally not in the proper way. So ਉਹਨਾਂ ਨੇ ਹੈੱਡ ਗ੍ਰੰਥੀ ਨੂੰ ਟਰਮ ਚੇਂਜ ਕਰਕੇ ਜਥੇਦਾਰ ਰੱਖ ਦਿੱਤੀ ਔਰ ਜਥੇਦਾਰ ਨਾਲ ਅਕਾਲ ਤਖਤ ਨਾਲ ਸਾਡਾ ਸਾਰੀ ਕੌਮ ਜੁੜੀ ਹੋਈ ਹੈ, ਐਂਡ ਨਾਓ ਦੈਟ ਇੰਸਟੀਟਿਊਸ਼ਨ ਇਜ਼ ਬੀਇੰਗ ਯੂਜ਼ਡ ਐਂਡ ਮਿਸਯੂਜ਼ਡ ਐਜ਼ ਪਰ the whims and fancies of the political parties. So we have to dismantle that thing, and it is possible, only we need to come together on it. ਹਾਂਜੀ ਪ੍ਰੋਫੈਸਰ ਸਾਹਿਬ, ਤੁਸੀਂ ਦੇਖ ਰਹੇ ਅਸੀਂ ਤੁਹਾਨੂੰ ਆ ਜਾਓ ਆਪਣੇ ਮਾਨਸਾ ਤੋਂ। ਪ੍ਰੋਫੈਸਰ ਸਾਹਿਬ ਬੋਲੋ ਜੀ। ਹਾਂਜੀ ਸੁਣ ਰਹੇ ਹੋ ਸਰ? ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਓਕੇ ਸਭ ਤੋਂ ਪਹਿਲਾਂ ਜੋ ਅੱਜ ਦਾ ਜੋ ਪ੍ਰੋਗਰਾਮ ਹੈ ਉਹਦੇ ਵਿੱਚ 3 ਟੌਪਿਕ ਨੇ ਆਪਣੇ। ਪਹਿਲਾ ਹੈ ਅਕਾਲ ਤਖਤ ਸਾਹਿਬ ਤੇ ਟਰਾਂਸਪੇਰੈਂਸੀ ਕਿਵੇਂ ਹੋਵੇ, SGPC ਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਬੰਧ ਤੇ ਪ੍ਰੋਸੀਜਰ ਆਫ ਇਲੈਕਸ਼ਨ ਆਫ SGPC ਮੈਂਬਰ। ਬਿਲਕੁਲ ਸਭ ਤੋਂ ਇੰਪੋਰਟੈਂਟ ਹੈ ਕਿ ਪ੍ਰੋਸੀਜਰ ਆਫ ਸਿਲੈਕਸ਼ਨ ਆਫ SGPC ਮੈਂਬਰ।
ਜੇ ਅਸੀਂ 1925 ਦੇ ਐਕਟ ਤੇ ਧਿਆਨ ਮਾਰੀਏ ਤਾਂ ਸਭ ਤੋਂ ਵੱਡੀ ਗੱਲ ਜੋ ਨਜ਼ਰ ਆਉਂਦੀ ਹੈ ਕਿ ਉਸ ਦੇ ਲਈ ਜੋ ਵੋਟਰ ਹੈ ਜਾਂ ਜਿਸ ਨੇ ਮੈਨੇਜਮੈਂਟ ਬਣਾਉਣੀ ਹੈ ਜਾਂ ਜੋ ਪ੍ਰੈਜ਼ੀਡੈਂਟ ਬਣਨਾ ਹੈ ਤਾਂ ਉਹਦੇ ਵਿੱਚ ਜੋ ਉਹਦੀਆਂ ਰਿਕੁਆਇਰਮੈਂਟ ਨੇ ਸਿਰਫ 3 ਰਿਕੁਆਇਰਮੈਂਟ ਨੇ। ਉਹ 21 ਸਾਲ ਦਾ ਹੋਵੇ, ਪਹਿਲੀ ਗੱਲ ਉਹ ਤੰਬਾਕੂ ਦਾ ਤੇ ਸ਼ਰਾਬ ਦਾ ਸੇਵਨ ਨਾ ਕਰਦਾ। ਇਹ ਰਿਕੁਆਇਰਮੈਂਟ ਦੇ ਨਾਲ ਕੋਈ ਵੀ ਵਿਦਿਅਕ ਕੁਆਲੀਫਿਕੇਸ਼ਨ ਨਹੀਂ ਰੱਖੀ, ਜੋ ਕਿ ਐਚਜੀਪੀਸੀ ਦੇ ਮੈਂਬਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਜੋ ਵੀ ਐਚਜੀਪੀਸੀ ਦਾ ਮੈਂਬਰ ਹੋਵੇ ਉਹਦੇ ਵਿੱਚ ਸਲਾਹ ਦੀ ਜ਼ਰੂਰਤ ਹੈ ਕਿ ਐਕਟ ਦੇ ਵਿੱਚ ਕੋਈ ਸੋਧ ਹੋਵੇ ਕਿ ਐਚਜੀਪੀਸੀ ਦਾ ਮੈਂਬਰ ਘੱਟੋ ਘੱਟ +2 ਦਾ ਪਾਸ ਹੋਵੇ, ਉਸ ਨੂੰ ਗੁਰਬਾਣੀ ਸ਼ੁੱਧ ਗੁਰਬਾਣੀ ਪੜ੍ਹਨੀ ਆਉਂਦੀ ਹੋਵੇ ਤੇ ਨਾਲ ਹੀ ਲਿਖਣੀ ਆਉਂਦੀ ਹੋਵੇ, ਉਹਨੂੰ ਗੁਰਬਾਣੀ ਦਾ ਗਿਆਨ ਹੋਵੇ, ਉਹ ਪਿਛਲੇ ਸਮੇਂ ਤੋਂ ਅੰਮ੍ਰਿਤਧਾਰੀ ਹੋਵੇ। ਇਹ ਨਹੀਂ ਕਿ ਜਦੋਂ ਉਹ ਵੋਟਾਂ 'ਚ ਖੜਾ ਹੋ ਗਿਆ ਉਸ ਤੋਂ ਉਸੇ ਦਿਨ ਉਹ ਅੰਮ੍ਰਿਤਧਾਰੀ ਹੋ ਜਾਵੇ। ਉਹ ਪੁਰਾਣਾ ਨਿਤਨੇਮੀ ਚਾਹੀਦਾ ਤੇ ਉਹ ਨੌਨ ਕ੍ਰਿਮੀਨਲ ਚਾਹੀਦਾ। ਜੇ ਆਪਾਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਉਸ ਦੀ ਕੁਆਲੀਫਿਕੇਸ਼ਨ ਇਸ ਤੋਂ ਵੀ ਜ਼ਿਆਦਾ ਚਾਹੀਦੀ ਹੈ। ਉਹ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋਵੇ, ਉਹ ਮਲਟੀਲਿੰਗੁਅਲ ਹੋਵੇ, ਕਿਉਂਕਿ ਉਸਨੇ ਸਿਰਫ ਸਾਡੇ ਲੋਕਾਂ ਨਾਲ ਹੀ ਡੀਲ ਕਰਨਾ। ਉਹਨੇ ਸਮੁੱਚੀਆਂ ਸਟੇਟਾਂ ਦੇ ਵਿੱਚ ਜਾਣਾ ਪ੍ਰੈਜ਼ੀਡੈਂਟ ਦੇ, ਤੇ ਨਾਲ ਹੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਉਸਨੇ ਜਾ ਕੇ ਸਿਰਫ ਜਿਹੜੇ ਹੈ ਮਸਲਿਆਂ ਦੇ ਉੱਤੇ ਗੱਲਬਾਤ ਕਰਨੀ ਹੈ। ਤਾਂ ਉਹ ਜ਼ਰੂਰੀ ਹੈ ਕਿ ਮਲਟੀਲਿੰਗੁਅਲ ਹੋਵੇ ਤੇ ਕੋਈ ਵੀ ਪ੍ਰੈਜ਼ੀਡੈਂਟ ਸਿੱਧੇ ਤੌਰ ਤੇ ਪ੍ਰੈਜ਼ੀਡੈਂਟ ਨਾ ਹੋ। ਘੱਟੋ ਘੱਟ ਉਹ ਇੱਕ ਵਾਰ ਐਸਜੀਪੀਸੀ ਦਾ ਮੈਂਬਰ ਬਣਿਆ ਹੋਵੇ ਤਾਂ ਕਿ ਉਹਨੂੰ ਤਜਰਬਾ ਹੋਵੇ ਕਿ ਐਸਜੀਪੀਸੀ ਮੈਂਬਰ ਦੀਆਂ ਕੀ ਡਿਊਟੀਜ਼ ਨੇ ਤੇ ਪ੍ਰਧਾਨ ਦੇ ਬਣ ਕੇ ਉਹਦੀਆਂ ਕੀ ਡਿਊਟੀਜ਼ ਹੋਣਗੀਆਂ। ਜਾਂ ਉਹ ਇੱਕ ਵਾਰੀ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਰਿਹਾ ਹੋਵੇ ਤਾਂ ਕਿ ਉਹਨੂੰ ਪ੍ਰਧਾਨ ਦੇ ਤੌਰ ਤੇ ਨਿਭਾਉਣ ਵਾਲੀਆਂ ਡਿਊਟੀਜ਼ ਦਾ ਗਿਆਨ ਹੋਵੇ। ਇਹਦੇ ਨਾਲ ਜੇ ਹੋ ਸਕੇ ਤਾਂ ਜਿਹੜੀ ਰੋਜ਼ ਇਹ ਰੌਲਾ ਪੈਂਦਾ ਹੈਗਾ ਕਿ ਲਿਫਾਫਾ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ, ਤਾਂ ਡਾਇਰੈਕਟ ਇਲੈਕਸ਼ਨ ਜਿਹੜੀ ਹੈ ਉਹ ਪ੍ਰਧਾਨ ਦੀ ਹੋਵੇ ਤਾਂ ਇਹ ਜਿਹੜਾ ਲਿਫਾਫਾ ਨੀਤੀ ਹੈ, ਜੋ ਲਿਫਾਫਾ ਦੀ ਰਾਜਨੀਤੀ ਹੈ, ਉਹ ਪ੍ਰਧਾਨ ਜੋ ਲਿਫਾਫੇ 'ਚੋਂ ਕੱਢੇ ਜਾਂਦੇ ਨੇ ਉਹ ਵੀ ਪੱਕੇ ਤੌਰ ਤੇ ਬੰਦ ਹੋ ਸਕੇ। ਜਿੱਥੋਂ ਤੱਕ ਜਥੇਦਾਰ ਅਕਾਲ ਤਖਤ ਸਾਹਿਬ ਦੇ ਬਾਰੇ ਹੈ, ਉਹਨਾਂ ਦੀ ਵੀ ਕੁਆਲੀਫਿਕੇਸ਼ਨ ਤੈਅ ਹੋਣੀ ਚਾਹੀਦੀ ਹੈ ਕਿ ਉਹ ਨਿਰਭਉ ਹੋਵੇ, ਨਿਰਵੈਰ ਹੋਵੇ, ਨੌਨ ਪੋਲੀਟੀਕਲ ਹੋਵੇ ਤੇ ਕਿਸੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬਣਨ ਤੋਂ ਪਹਿਲਾਂ ਉਹ ਕਿਸੇ ਇੱਕ ਤੱਕ ਦੇ ਉੱਤੇ ਬਤੌਰ ਜਥੇਦਾਰ ਰਿਹਾ ਹੋਵੇ ਤਾਂ ਕਿ ਉਹਨੂੰ ਸਾਰੀ ਮਰਿਆਦਾ ਦਾ, ਸਾਰੇ ਸਿਸਟਮ ਦਾ ਪਤਾ ਹੋਵੇ ਤੇ ਲੋਕਾਂ ਦੇ ਵਿੱਚ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣ, ਕਿਉਂਕਿ ਉਹਨੇ ਦੁਨੀਆ ਤੇ ਜਾਣਾ ਤੇ ਸਿੱਖਾਂ ਨੂੰ ਰੀਪ੍ਰਜੈਂਟ ਕਰਨਾ, ਉਹਨਾਂ ਦੇ ਮਸਲੇ ਹੱਲ ਕਰਨੇ ਹੈ, ਤਾਂ ਉਸ ਨੂੰ ਉਹਨਾਂ ਗੱਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ ਤੇ ਤਾਂ ਕਿ ਲੋਕ ਜੇ ਸਿੱਖੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ। ਇਹਨਾਂ ਕਹਿਣਾ ਹੋਵੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਬਹੁਤ ਚੰਗੇ ਤਰੀਕੇ ਦੇ ਨਾਲ ਤੁਸੀਂ ਉਹ ਤਿੰਨੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਐਡਰੈਸ ਕੀਤਾ। ਹੁਣ ਮੈਂ ਲੁਧਿਆਣੇ ਵਾਲੇ ਮੇਰੇ ਖਿਆਲ ਲਾਜ ਸਾਹਿਬ ਵੀ ਆ ਗਏ ਨੇ, ਨਾਲ ਜਸਵੰਤ ਸਿੰਘ ਜੀ ਵੀ ਬੈਠੇ ਨੇ, ਨਾਲ ਹੋਰ ਮੰਗਤ ਸਿੰਘ ਜੀ ਬੈਠੇ ਨੇ, ਤੇ ਤੁਸੀਂ ਆਪਣਾ ਵਾਰੀ ਆਪਣੇ ਵਿਚਾਰ ਦਿਓ ਜੀ ਇਹਨਾਂ ਦੇ ਤਿੰਨਾਂ ਪੁਆਇੰਟਾਂ ਦੇ ਉੱਤੇ। ਜਗਦੀਪ ਸਿੰਘ ਹੋਰ ਹਾਂਜੀ ਆਓ ਸਰ। ਯੈਸ ਸਰ, ਬੋਲੋ ਸਰ। ਸਰ ਮੈਨੂੰ ਨਾ ਇੱਕ ਐਡ ਕਰਨਾ ਸੀਗਾ ਜੀ ਕਿ I was just going through the act ਜਿਹੜੀ ਸਰ ਨੇ ਹੁਣੇ ਗੱਲ ਕੀਤੀ ਸੀਗੀ ਕਿ ਆਪਣੇ ਉਹ ਰੀਡਿੰਗ ਆਫ ਗੁਰਮੁਖੀ and that is a requirement of any member ਜਿਹਨੇ ਕੰਟੈਸਟ ਕਰਨਾ ਹੈਗਾ ਉਸ ਨੂੰ he should be able to read ਗੁਰਮੁਖੀ if he is able to ਉਹ ਕਹਿੰਦੇ ਵੀ he should be able to recite ਗੁਰੂ ਗ੍ਰੰਥ ਸਾਹਿਬ in ਗੁਰਮੁਖੀ। ਯੈਸ। ਸੋ ਗੁਰਮੁਖੀ ਆਉਣੀ ਇਹ ਆਪਣਾ ਜਿਹੜੇ ਮੈਂਬਰ ਜਿਨ੍ਹਾਂ ਨੇ ਵੀ ਖੜੇ ਹੋਣਾ ਇਹ ਲਾਜ਼ਮੀ ਹੈ ਰਾਈਟ ਗੁਰਮੁਖੀ ਬਿਕੋਜ਼ ਜਿਹੜੀ ਨੋਮੀਨੇਸ਼ਨ ਪੇਪਰਸ ਹੈਗੇ ਆ ਉਹ ਗੁਰਮੁਖੀ 'ਚ ਇਨ ਓਨ ਹੈਂਡਰਾਈਟਿੰਗ 'ਚ ਭਰਨੇ ਪੈਂਦੇ ਆ। ਸੋ ਗੁਰਮੁਖੀ ਪੜ੍ਹਨੀ ਉਹਨਾਂ ਨੂੰ ਜ਼ਰੂਰੀ ਹੁੰਦੀ ਹੈ। just an addition to the discussion which was going on. ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਹਾਂਜੀ ਲੁਧਿਆਣੇ ਤੋਂ ਕੋਈ ਦਿੱਲੀ ਐਸਜੀਪੀਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਬਣੇ ਉਹਨਾਂ ਨੇ ਇੱਕ ਲੈਟਰ ਲਿਖਿਆ
ਜਿਸ ਲੈਟਰ ਦੇ ਬਿਆਨ ਦੇ ਉੱਤੇ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਕਿ ਉਹਨਾਂ ਦੇ ਲੈਟਰ ਦੇ ਵਿੱਚ 20 ਗਲਤੀਆਂ ਸੀ ਜੋ ਉਹਨਾਂ ਨੇ ਲੈਟਰ ਦਿੱਤਾ। ਇਹ ਪ੍ਰੈਕਟੀਕਲੀ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ ਹੈਗਾ ਕਾਨੂੰਨ ਦੇ ਵਿੱਚ, ਉਹ ਲਿਖਦੇ ਹੈਗੇ ਨੇ ਪਰ ਇਸ ਤਰ੍ਹਾਂ ਦਾ ਕੋਈ ਟੈਸਟ ਨਹੀਂ ਹੁੰਦਾ ਹੈ ਕਿ ਉਹ ਬਨੋਟੀ ਆਉਂਦੀ ਹੈ ਕਿ ਨਹੀਂ। ਸਰ ਵੈਸੇ ਵੀ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਹੈ ਜੀ, ਉਹਦੇ ਵਿੱਚ ਕਲੀਅਰ ਮੈਂਸ਼ਨ ਹੈ ਜੀ ਕਿ ਇਹ ਫੋਲੋ ਨਹੀਂ ਨਾ ਕਰਦੇ ਨੇ, ਇਹਦੇ ਵਿੱਚ ਮੈਂਸ਼ਨ ਹੈ। ਫੋਲੋ ਨਹੀਂ ਕਰਦੇ ਸਿਫਾਰਸ਼ੀ। ਮੈਂ ਹੁਣ ਬੇਨਤੀ ਕਰਾਂਗਾ ਸਾਡੇ ਕੋਲ ਬੈਠੇ page 43 of the act ji, ਓਕੇ ਸਰ, and it comes under section 45 of the act। ਥੈਂਕ ਯੂ ਸਰ। ਉਹ ਜਿਹੜੀ ਹੈਗੀ ਹੈ ਉਹਦੀ ਕਮਿਊਨਿਟੀ ਦੇ ਵਿੱਚ ਫੋਲੋ ਨਹੀਂ ਹੁੰਦਾ ਪਰ ਉਹ ਇਹ ਫਾਲੋ ਨਹੀਂ ਕਰਦੇ ਨਾ Follow ਜੀ, ਨਹੀਂ ਇਸੇ ਕਰਦੇ। ਕਰਕੇ। ਜਗਦੀਪ ਸਿੰਘ ਜੀ ਤੁਸੀਂ ਆਪਣਾ ਵਿਚਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਜਿਸ ਇਸ਼ੂ ਦੇ ਉੱਤੇ ਵੀਰ ਜੀ ਇਸ ਵੇਲੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਤੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨੇ ਵਰਕ ਸਟਾਰਟ ਕੀਤਾ ਹੈ, ਬੜਾ ਸੈਂਸਿਟਿਵ ਜਿਹਾ ਇਸ਼ੂ ਹੈ ਔਰ ਹਰ ਇੱਕ ਸਿੱਖ ਦੇ ਮਨ ਦੇ ਅੰਦਰ ਇਹ ਭਾਵਨਾ ਹੈਗੀ ਹੈ ਕਿ ਐਜ਼ ਏ ਨੋਰਮਲ ਸਿੱਖ ਜੇ ਅਸੀਂ ਦੇਖੀਏ ਜਿਹਦੀ ਤੇ ਪਹੁੰਚ ਹੈ ਉਹ ਤੇ ਚਲੋ ਕੰਮ ਉੱਥੇ ਕਰਵਾ ਲੈਂਦਾ ਜਾ ਕੇ ਆਪਣਾ ਨਾ ਐਡਮਿਨਿਸਟ੍ਰੇਸ਼ਨ ਤੋਂ, ਬਟ ਜਿਹਦੀ ਪਹੁੰਚ ਨਹੀਂ ਹੈ ਨਾ, ਉਹ ਬੜੇ ਛੋਟੇ ਛੋਟੇ ਜਿਹੇ ਮਸਲੇ ਨੇ, ਠੀਕ ਹੈ, ਉਹਨਾਂ ਨੂੰ ਲੈ ਕੇ ਜਿਹੜਾ ਇਹ ਆਪਾਂ ਜਿਹੜਾ ਸੈਮੀਨਾਰ ਕਰ ਰਹੇ ਹਾਂ, ਇੱਕ ਹੈ ਸਮੇਂ ਦੀ ਲੋੜ ਵੀ ਹੈ ਔਰ ਦਿਸ ਇਜ਼ ਦਾ ਰਾਈਟ ਟਾਈਮ ਨਾ, ਔਰ ਇਹਦਾ ਕੋਈ ਨਾ ਕੋਈ ਜ਼ਰੂਰ ਇਹਦੇ ਅਸੀਂ ਚੰਗੇ ਨਤੀਜੇ ਜਿਹੜੇ ਨੇ ਉਹ ਲੈ ਕੇ ਆਵਾਂਗੇ ਅੱਗੇ। ਅਤੇ ਜਿਵੇਂ ਮੇਰੀਆਂ ਜਿੰਨੀਆਂ ਕੁ ਸੇਵਾਵਾਂ ਇੱਥੇ ਲੱਗੀਆਂ ਹੋਈਆਂ ਨੇ, ਮੁਲਤਾਨੀ ਸਰ ਨੇ ਲਗਾਈਆਂ ਨੇ, ਜਾਂ ਆਪਾਂ ਸਾਰੇ ਤੁਸੀਂ ਸਾਰੇ ਬੜੇ ਸੀਨੀਅਰ ਬੈਠੇ ਹੋ ਜੀ ਇਸ ਉਹਦੇ ਵਿੱਚ ਫੀਲਡ ਦੇ ਵਿੱਚ, ਮੇਰੇ ਕੋਲ ਟੈਕਨੀਕਲੀ ਚਲੋ ਜਿੰਨਾ ਕੁ ਵਾਹਿਗੁਰੂ ਨੇ ਸੇਵਾ ਲੈਣੀ ਹੈ ਉਹ ਜ਼ਰੂਰ ਉਹਦੇ ਵਿੱਚ ਹੈਗੇ ਆ। ਜਿਵੇਂ ਅਸੀਂ ਇਸ ਵੇਲੇ ਸਾਰਾ ਅਸੀਂ ਡਾਟਾ ਕਲੈਕਸ਼ਨ ਦੇ ਉੱਤੇ ਲੱਗੇ ਹੋਏ ਹਾਂ ਕਿ ਕਿਹੜੀਆਂ ਕਿਹੜੀਆਂ ਪ੍ਰੋਮੀਨੈਂਟ ਸਿੱਖ ਸਾਡੇ ਸਿੱਖ ਸਕੋਲਰਸ ਹੈਗੇ ਨੇ, ਗੁਰਸਿੱਖ ਜੀਵਨ ਵਾਲੇ, ਜਿਵੇਂ ਹੁਣੇ ਗੁਰਬੀਰ ਸਿੰਘ ਜੀ ਨੇ ਗੱਲ ਕੀਤੀ ਸੀ ਕਿ ਕਿਰਦਾਰ ਵਾਲੇ ਜਿਹੜੇ ਨੇ, ਚੰਗੇ ਜੀਵਨ ਵਾਲੇ ਗੁਰਸਿੱਖ ਸੱਜਣ ਜਿਹੜੇ ਨੇ, ਉਹਨਾਂ ਨੂੰ ਅਸੀਂ SGPC ਦੇ ਮੈਂਬਰਸ਼ਿਪ ਦੇ ਵਿੱਚ ਲੈ ਕੇ ਆ ਸਕੀਏ ਅਤੇ ਉੱਥੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਆ ਸਕਣ, ਠੀਕ ਹੈ। ਸੋ ਅਸੀਂ ਤਾਂ ਚਲੋ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਔਰ ਤੁਸੀਂ ਵੀ ਸਾਰੇ ਜਿੰਨਾ ਕੁ ਤੁਹਾਡੇ ਨੌਲੇਜ ਦੇ ਵਿੱਚ ਜਿਹੜੇ ਗੁਰਸਿੱਖ ਸੱਜਣ ਹੈਗੇ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਸੰਪਰਕ ਨੰਬਰ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਇਸ ਲੈ ਕੇ ਇੱਕ ਕਲੈਕਟਿਵਲੀ ਐਫਰਟ ਜਿਹੜਾ ਵਾ, ਜਿਵੇਂ ਸਾਂਝ ਕਰੀਜਾ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਜਾਂ ਗੁਰਮੁਖ ਬੈਠੋ ਸਫਾ ਵਿਛਾਏ ਵਾਲੀ ਜਿਹੜੀ ਗੱਲ ਹੈ ਨਾ, ਉਹ ਅਸੀਂ ਇਕੱਠੇ ਹੋ ਕੇ ਇਸ ਇਸ਼ੂ ਦੇ ਉੱਤੇ ਜਿਹੜਾ ਉਹ ਵਰਕ ਕਰ ਸਕੀਏ। ਹਾਂਜੀ, ਲੁਧਿਆਣੇ ਤੋਂ ਕੋਈ ਸੱਜਣ ਜਿਹੜੇ ਬੋਲਣਾ ਚਾਹੁੰਦੇ ਨੇ ਜੀ, ਪਲੀਜ਼। ਹੈਲੋ ਜਸਵੰਤ ਵੀਰ ਜੀ। ਹਾਂਜੀ, मैं अपने विचार पहले वार्ता पे दे चुके हैं कि क्या यार इस सत्ता में जब उन्होंने छोड़ बड़ी स्पष्ट हो जाएगी तेरी पोस्टपोन हो जाएगा जिन्हें सबका प्राइवेट बुलाओ या जिन्हें ऑफिस सेक्शन दिया उसका जाके देखो वो आर्टिकल में साहब नीचे को भी मेरी कोशिश है बाकी मैं आपके ਜੀ ਵੀਰ ਜੀ, ਉਹ ਤੁਹਾਡਾ ਵਿਚਾਰ ਹੈਗਾ ਕਿਉਂਕਿ ਆਪਾਂ ਇਹਦੇ 'ਚ ਬੈਠੇ ਹਾਂ ਹੁਣ ਸਾਰੇ ਜਣੇ ਇਕੱਠੇ ਹੋ ਕੇ। ਮੈਂ ਚਾਹਾਂਗਾ ਕਿ ਕੁਝ ਜਿਹੜੇ ਉਹਦੇ ਮੇਨ ਪੁਆਇੰਟਸ ਨੇ ਉਹ ਜ਼ਰੂਰ ਤੁਸੀਂ ਇਸ ਮੀਟਿੰਗ ਦੇ ਵਿੱਚ ਟੱਚ ਕਰੋਗੇ ਅਤੇ ਫਿਰ ਉਹ ਸਾਰਿਆਂ ਨੂੰ, ਹੋ ਸਕਦਾ ਕੋਈ ਲੇਟ ਹੋ ਜਾਏ ਪੜ੍ਹਨੇ 'ਚ, ਮੇਰੇ ਵਰਗਾ ਜਿਹੜਾ ਹੈਗਾ ਜਿਹਨੂੰ ਪੜ੍ਹਨਾ ਹੁਣ ਸਲੋ ਹੋ ਗਿਆ ਥੋੜ੍ਹਾ ਜਿਹਾ, ਅਤੇ ਉਸ ਕਰਕੇ ਅਸੀਂ ਮੀਟਿੰਗ ਵਿੱਚ ਕਹਿ ਰਹੇ ਹਾਂ। ਹਾਂਜੀ ਗੁਰਬੀਰ ਜੀ, ਆਪਣੇ ਮੇਰੀ ਸੁਜੈਸ਼ਨ ਸੀ ਕਿ ਇੱਕ ਸੰਸਥਾ ਹੈਗੀ ਹੈ ਬਾਈ ਦ ਨੇਮ ਆਫ ਨਾਗ ਪ੍ਰਕਾਸ਼ ਜੀ, ਵਿਚ ਇਜ਼ ਬੇਸਡ ਆਊਟ ਆਫ ਅੰਮ੍ਰਿਤਸਰ। ਹਾਂਜੀ, ਨਾਗ ਪ੍ਰਕਾਸ਼ ਦੇ ਵਿੱਚ ਆਪਣੇ ਭਾਈ ਸਾਹਿਬ ਜੀ ਜਗਦੀਪ ਸਿੰਘ ਹੋ ਰਹੇ ਹਾਂਜੀ, ਇਸ ਦਾ ਪਰਸਨ ਹੂਸ ਡੂਇੰਗ ਇਟ, ਉਹਨਾਂ ਨੇ ਇੱਕ ਕਿਤਾਬ ਕੱਢੀ ਹੈ ਜਿਸ ਦੇ ਵਿੱਚ ਵੇਰੀਅਸ ਐਸੇਜ਼ ਔਨ various writings from various writers on ਅਕਾਲ ਤਖ਼ਤ ਸਾਹਿਬ, ਉਹਨਾਂ ਨੇ ਕੰਪਾਈਲ ਕਰਕੇ ਮੇਰੇ ਖਿਆਲ ਅਮਨਦੀਪ ਸਿੰਘ ਹੋਰੀ ਨੇ ਜਿਨ੍ਹਾਂ ਨੇ ਐਡਿਟ ਕੀਤੀ ਹੈ। ਅੱਛਾ ਜੀ, that is a very good, ਬੜਾ ਵਧੀਆ ਉਪਰਾਲਾ ਹੈਗਾ ਜੀ on various aspects of ਅਕਾਲ ਤਖ਼ਤ ਸਾਹਿਬ। and I would also say ਜੀ ਜੇ ਆਪਾਂ ਠੀਕ ਲੱਗਦਾ ਹੈਗਾ ਤੇ ਉਹਨਾਂ ਨੂੰ ਵੀ ਆਪਾਂ ਕੰਟੈਕਟ ਕਰ ਸਕਦੇ ਹੈਗੇ ਆ to give their inputs on the subject। that's a very old organization hai, I personally know ki karte hain। they also are into lot of in-depth studies
ਕਰਦੇ ਰਹਿੰਦੇ ਨੇ। ਜਸਟ ਅ ਥਾਟ ਵਿਚ ਕੇਮ ਫॉर ਅ ਸਪॉट, ਆਈ ਜਸਟ ਸ਼ੇਅਰ ਇਟ ਵਿਦ Please share their telephone number and so that we can straightway contact them. ਇੱਕ ਹੋਰ ਮੈਨੂੰ ਆਫ ਦਾ ਹੈਂਡ ਇੱਕ ਇਨਫੋਰਮੇਸ਼ਨ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ। ਸਰਦਾਰ ਗੁਰਬੀਰ ਸਿੰਘ ਨੇ ਆਪਣੀ ਸੰਸਥਾ ਨੂੰ ਇੱਕ ਇੰਟਰਫੇਥ ਮੀਟਿੰਗ ਸੀਗੀ ਆਰਗੇਨਾਈਜ਼ਡ ਬਾਈ HWPL ਆਫ ਸਾਊਥ ਕੋਰੀਆ। ਸੋ ਇਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀਗੀ, ਸੋ ਇਹਨਾਂ ਨੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੂੰ ਰਿਪਰੈਜ਼ੈਂਟ ਕੀਤਾ ਉੱਥੇ। ਟੌਪਿਕ ਵਾਜ਼ ਟੈਂਪਲਸ, ਰਿਲੀਜੀਅਸ ਪਲੇਸਿਸ ਆਫ ਰਿਲੀਜਨਸ ਇਨ ਸਕ੍ਰਿਪਚਰਸ। That was the topics, and he represented us there, South Korea, the organization. So we are thankful to you, Sardar Gurbir Singh ji. Just I thought I should inform the other members also. They may not know about it. Thank you very much, sir, and keep the flag flying. ਇਸ ਤਰ੍ਹਾਂ ਹੀ ਆਪਣੇ ਡਾਕਟਰ ਜਸਪਾਲ ਕੌਰ ਜੀ ਕਾਂਗ ਜਿਹੜੇ ਕਿ ਅੱਜ ਕੱਲ੍ਹ ਅਮਰੀਕਾ 'ਚ ਨੇ, ਉਹਨਾਂ ਨੇ ਵੀ ਕਈ ਸਿੱਖ ਸੰਸਥਾਵਾਂ ਨੂੰ ਸਾਡਾ ਜਿਹੜਾ ਮੈਸੇਜ ਜਿਹੜਾ ਆਪਾਂ ਅੱਜ ਦੇਣਾ ਚਾਹੁੰਦੇ ਹਾਂ ਉਹ ਦੇ ਰਹੇ ਨੇ। ਉਹ ਹਰ ਦੂਸਰੇ ਦਿਨ ਦੱਸਦੇ ਨੇ ਕਿ ਜੀ ਮੈਂ ਅੱਜ ਹੂਸਟਨ ਵਿੱਚ ਹੈਗੀ ਹਾਂ, ਅੱਜ ਮੈਂ ਫਲਾਣੀ ਜਗ੍ਹਾ ਸੀ, ਇਸ ਕੰਮ ਨੂੰ ਮੈਂ ਕਰ ਰਹੀ ਹੈਗੀ ਹਾਂ। ਅਸੀਂ ਮੈਸੇਜ ਲੈ ਕੇ ਸਾਰਿਆਂ ਨੂੰ ਦੱਸ ਰਹੇ ਹਾਂ ਤਾਂ ਕਿ ਇੱਕ ਜਿਹੜੀ ਵਿਚਾਰਧਾਰਾ ਜਿੰਨੀ ਜ਼ਿਆਦਾ ਅਸੀਂ ਸਪਰੈਡ ਕਰ ਸਕੀਏ ਉਹ ਹੋ ਸਕੇ। ਹਾਂਜੀ, ਲੁਧਿਆਣੇ ਤੋਂ ਕੋਈ ਸੱਜਣ ਬੋਲਣਾ ਚਾਹ ਰਹੇ ਸੀ, ਪਲੀਜ਼। ਮੈਂ ਇਨ ਦਾ ਮੀਨ ਟਾਈਮ ਆਈ ਰਿਕੁਐਸਟ ਬ੍ਰਿਗੇਡੀਅਰ ਸਾਹਿਬ ਕਿ ਉਹ ਆਪਣੇ ਵਿਚਾਰ ਜ਼ਰੂਰ ਦੱਸਣ। ਸਰ ਥੈਂਕ ਯੂ ਵੈਰੀ ਮਚ। ਜਿਹੜਾ ਮੁੱਦਾ ਉਠਾਇਆ ਗਿਆ ਹੈ, the episode on which we are working, we need participation of everyone. ਡਾਕਟਰ ਖੜਕ ਸਿੰਘ ਜੀ ਸਾਹਿਬ ਨੇ 2006 ਦੇ ਵਿੱਚ ਇਹ ਬੀੜਾ ਉਠਾਇਆ ਸੀਗਾ। ਉਹਦੇ ਬਾਅਦ ਕੋਈ ਪ੍ਰੋਗਰੈਸ ਨਹੀਂ ਹੋਈ। 2014 ਦੇ ਵਿੱਚ ਵੀ ਜਿਹੜੀਆਂ ਵੱਡੀਆਂ 2 ਕਾਨਫਰੰਸਿਸ ਹੋਈਆਂ ਨੇ, ਉਹਨਾਂ ਦੇ ਵਿੱਚ ਫੰਕਸ਼ਨਿੰਗ ਆਫ ਅਕਾਲ ਤਖਤ ਸਾਹਿਬ ਜਥੇਦਾਰ ਐਂਡ ਅਦਰ ਮੋਡੈਲਿਟੀਜ਼ ਵਰ ਵਰਕਡ ਆਊਟ, ਪਰ ਉਹਦੇ ਉੱਤੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਐਂਡ ਐਟ ਆਵਰ ਪਾਰਟ ਆਲਸੋ ਵੀ ਟੂ ਬੀ ਵੈਰੀ ਫਰੈਂਕ, ਆਈ ਡੋਂਟ ਨੋ ਵਾਟ ਐਕਸ਼ਨ ਹੈਜ਼ ਬੀਨ ਟੇਕਨ। ਪਰ ਹੁਣ ਬੇਨਤੀ ਇਹ ਵੇ ਕਿ ਹੁਣ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਐਸੋਸੀਏਟਡ ਮੈਂਬਰਸ ਨੇ, ਮੁਲਤਾਨੀ ਜੀ ਔਰ ਭੈਣ ਜੀ ਔਰ ਤੁਸੀਂ ਸਾਰਿਆਂ ਨੇ ਮਿਲ ਕੇ ਇਹ ਜਿਹੜੀ ਮੁਹਿੰਮ ਹੈ ਨਾ, ਵੀ ਹੈਵ ਟੂ ਗਿਵ ਇਟ ਮੋਰ ਸਟਰੈਂਥ ਬਾਈ ਨੰਬਰਸ। ਆਪਾਂ ਨੂੰ ਸਾਰੇ ਉਹਨਾਂ ਪਰਸਨੈਲਿਟੀਆਂ ਦੇ ਨਾਲ ਟੱਚ ਵਿੱਚ ਹੋਣਾ ਪਏਗਾ ਜਿਹੜੇ ਸਾਡੇ ਵੱਲ ਸੋਚਦੇ ਨੇ। ਵੀ ਹੈਵ ਟੂ ਮੋਬਿਲਾਈਜ਼ ਦੈਮ। ਇਟਸ ਅ ਗੇਮ ਆਫ ਅ ਨੰਬਰਸ, ਮੋਰ ਦੀ ਮੈਰੀਅਰ। ਤਾਂ ਹੀ ਇਹ ਜਿਹੜੀ ਹੈ ਨਾ, ਇਹ ਵੇਵ ਦੇ ਤੌਰ 'ਤੇ, ਸੁਨਾਮੀ ਦੇ ਤੌਰ 'ਤੇ ਠੱਲ ਪਏ ਅਤੇ ਤਾਂ ਇਹ ਜਿਹੜੇ SGPC ਵਾਲੇ ਜਾਂ ਵੱਡੀਆਂ ਸੰਸਥਾ ਨੇ ਉਹ ਤਾਂ ਹਿੱਲਣਗੀਆਂ, ਉੱਦਾਂ ਨਹੀਂ ਇਹਨਾਂ ਨੇ ਮੂਵ ਹੋਣਾ। ਕਿਉਂਕਿ ਅੰਦਰ ਖਾਤੇ ਲਿਫਾਫੇ ਦੇ ਵਿੱਚ ਹੀ ਸਭ ਕੁਝ ਹੋਈ ਜਾਂਦਾ ਹੈ। ਮੈਂ ਕਿਸੇ ਮੈਂਬਰ ਸਾਹਿਬਾਨ ਨਾਲ ਗੱਲ ਕਰ ਰਿਹਾ ਸੀ, ਉਹ SGPC ਦੇ ਮੈਂਬਰ ਨੇ, ਅਤੇ ਉਹ ਮੈਨੂੰ ਦੱਸ ਰਹੇ ਸੀ ਜੀ ਸਾਡੇ ਤਾਂ ਆਪਣੇ ਏਰੀਏ ਦੇ ਵਿੱਚ, ਜਿਵੇਂ ਮੁਲਤਾਨੀ ਜੀ ਨੇ ਅਤੇ ਭੈਣ ਜੀ ਨੇ ਦੱਸਿਆ ਕਿ ਉਹ ਜਿਹੜੇ ਉੱਥੇ ਲਾਗੇ ਚਾਗੇ ਗੁਰਦੁਆਰਾ ਸਾਹਿਬ ਨੇ, ਜਿਹੜੇ ਉੱਥੋਂ ਦੇ ਹੁੰਦੇ ਨੇ, ਉਹਨਾਂ ਨਾਲ ਟਿੱਕੀ ਬੂਕ ਕਰਕੇ ਕੰਮ ਆਪਣਾ ਚਾਰ ਲੈਂਦੇ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਇੱਦਾਂ ਹੀ 120 ਜਾਂ 117 ਮੈਂਬਰਾਂ ਦੀ ਚੋਣ ਹੁੰਦੀ ਆ। ਵੀ ਹੈਵ ਟੂ ਨੌਕ ਹਾਈ। ਆਪਾਂ ਨੂੰ ਜ਼ੋਰ ਪਾਉਣਾ ਪਏਗਾ ਔਰ ਰੌਲਾ ਪਾਉਣਾ ਪਏਗਾ ਕਿ ਜਿਹੜੇ ਬਹਿਰੇ ਲੋਕ ਨੇ ਇਹਨਾਂ ਦੇ ਕੰਨਾਂ ਤੱਕ ਆਵਾਜ਼ ਜਾਏ। ਉਹਦੇ ਲਈ ਵੀ ਹੈਵ ਟੂ ਮੂਵ ਦੀ ਮਾਸਸ, ਠੀਕ ਹੈ ਨਾ। ਵੀ ਹੈਵ ਟੂ ਬੀ ਮੋਰ ਸਟਰੋਂਗ। ਅਤੇ ਜਿਵੇਂ ਨਵੇਂ ਮੈਂਬਰ ਸਾਡੇ ਨਾਲ ਜਿਵੇਂ ਪਾਰਟੀਸਪੇਟ ਕਰ ਰਹੇ ਨੇ, ਉਹਨਾਂ ਦੇ ਵੀ ਵਿਚਾਰ ਧਾਰਾ ਜਿਹੜੀ ਹੈ ਇਹਦੇ ਵਿੱਚ ਜੋੜਨੀ ਪਏਗੀ। ਇਹ ਕੰਮ ਔਖਾ ਹੈ, ਬਟ ਇਟਸ ਨਾਟ ਇੰਪੋਸੀਬਲ। ਵੀ ਆਰ ਕੈਪੇਬਲ ਆਫ ਡੂਇੰਗ ਦਿਸ ਥਿੰਗ। ਅਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਝੰਡੇ ਦੇ ਥੱਲੇ ਜਿਹੜੀਆਂ ਸ਼ਖਸੀਅਤਾਂ ਜੁੜੀਆਂ ਨੇ, ਮੇਰੀ ਵੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਹਨੂੰ ਜ਼ੋਰ ਲਾ ਕੇ ਕਰੀਏ। ਮਾफ़ ਕਰਿਓ ਜੋ ਮੈਂ ਥੋੜ੍ਹਾ ਜਿਹਾ ਹੋਰ ਟਾਈਪ ਦਾ ਬੰਦਾ, ਜੇ ਡੰਡਾ ਵੀ ਖੜਕਾਉਣਾ ਪਏ ਤਾਂ ਆਪਾਂ ਤਿਆਰ ਬੈਠੇ ਹਾਂ। ਯੂ ਕੈਨ ਕੋਟ ਔਰ ਮਿਸ ਕੋਟ ਮੀ। ਉੱਦਾਂ ਨੇ ਨਹੀਂ ਇਹਨਾਂ ਨੂੰ ਸੁਣਨਾ। Therefore, we have to put a concentrated efforts to make these deaf ears to listen what we are asking. ਔਰ ਸਾਡਾ ਪਰਸਨਲ ਕੋਈ ਇੰਟਰਸਟ ਨਹੀਂ ਹੈ। ਆ ਜਿਹੜੀਆਂ ਸ਼ਖਸੀਅਤਾਂ ਤੁਸੀਂ ਬੈਠੇ ਹੋ ਜਾਂ ਇੱਧਰ ਬੈਠੇ ਨੇ, ਇਹਨਾਂ ਦਾ ਪਰਸਨਲ ਇੰਟਰਸਟ ਕੀ ਆ? ਇਹਨਾਂ ਦਾ ਪਰਸਨਲ ਇੰਟਰਸਟ ਇਹ ਵੇ ਕਿ ਪੰਥ ਦੀ ਇੱਜ਼ਤ ਵਧੇ, ਫੰਕਸ਼ਨਿੰਗ ਜਿਹੜੀ ਹੈ ਸਾਫ ਸੁਥਰੀ ਹੋਵੇ, ਨੈਸ਼ਨਲ ਇੰਟਰਨੈਸ਼ਨਲ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਦਿਸ ਇਜ਼ ਦ ਮੋਸਟ ਕਲੀਨ ਆਰਗੇਨਾਈਜੇਸ਼ਨ which is working for the welfare of the Sikh community, not only Sikh, for the whole humanity. ਇੱਦਾਂ ਕਰਨਾ ਪਏਗਾ ਆਪਾਂ ਨੂੰ।
ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸਾਰੇ ਜਣੇ ਸਾਰੇ ਜਥੇਬੰਦੀਆਂ ਨਾਲ ਜੁੜੀਏ ਔਰ ਤੁਹਾਡਾ ਤੁਸੀਂ ਇੰਨੇ ਪ੍ਰਭਾਵਸ਼ਾਲੀ ਹੋ, ਯੂ ਆਰ ਵੈਲ ਰਿਪਿਊਟਡ ਪਰਸਨ, ਹੋਰ ਬੰਦਿਆਂ ਨਾਲ ਕੰਟੈਕਟ, ਹੋਰ ਪਰਸਨੈਲਿਟੀ ਨਾਲ ਕੰਟੈਕਟ ਕਰਕੇ ਲੈਟਸ ਮੇਕ ਏ ਵੇ ਤਾਂ ਹੀ ਗੱਲ ਸੁਣੀ ਜਾਣੀ। ਧੰਨਵਾਦ ਤੁਹਾਡਾ ਫॉर अ पेशेंट लिसनिंग, थैंक यू वेरी मच। ਲਾਜ ਸਾਹਿਬ ਬੋਲੋ ਜੀ, ਲਾਜ ਸਾਹਿਬ। ਹਾਂਜੀ ਠੀਕ ਹੈ। ਜੀ ਉਹਨਾਂ ਨੂੰ ਇੱਕ ਕਮਰੇ ਦੇ ਬਟਨਾਂ ਵਿੱਚ ਬੰਦ ਕਰ ਦਿੰਦੇ ਨੇ, ਉਹਨਾਂ ਨੂੰ ਮੋਬਾਈਲ ਫੋਨ ਲੈ ਲੈਂਦੇ ਆ ਤੇ ਆਪਸ ਵਿੱਚ ਆਪਣੇ ਦੇਖੋ ਵੀ ਕੌਣ ਕੀ ਕਰਦਾ ਉਹ ਪਤਾ ਕਰਦਾ। ਇਸ ਦਾ ਇੰਡਸਟਰੀ ਕਾਫੀ ਟਾਈਮ ਲੱਗਦਾ, ਕਦੀ ਇੱਕ ਦਿਨ ਦੇ 2 ਦਿਨ 3 ਦਿਨ ਲੱਗ ਜਾਂਦੇ, ਕਦੀ ਲਾਸਟ ਟਾਈਮ ਇਲੈਕਸ਼ਨ ਹੋਈ ਸੀ ਉਸ ਡੇਢ ਦਿਨ ਲੱਗ ਗਿਆ ਉਹਨਾਂ ਨੂੰ ਇਸ ਤੋਂ ਜਿਹੜੀ ਆਪਸ ਵਿੱਚ ਜੁੜੇ ਤਾਂ ਇਹ ਸਾਡਾ ਤਾਂ ਜਿਆਦਾ ਲੋਕ ਕਰਦੇ ਨੇ ਨਾ ਵਧੀਆ ਕੰਮ ਦੇ ਜਿਹੜਾ ਬਣ ਗਿਆ ਉਹ ਕਰਦੇ ਆ ਪਰ ਓਪਨ ਵੀਰ ਜੀ ਆਪਣੇ ਪੱਟਾ ਸਾਹਿਬ ਉਹ ਬੇਮੋਲ ਵੀ ਹੈਗਾ ਤੇ ਹੁੰਦਾ ਜਾਈ ਹੈਗਾ ਉਹ ਪਤਾ ਨਹੀਂ ਕੀ ਕਰਨਾ ਚੰਗਾ ਹੈਗਾ ਬਿਲਕੁਲ ਜਦੋਂ ਫਿਰ ਆ ਹੋ ਰਿਹਾ ਮਸਲਾ। ਵੀਰ ਜੀ ਪ੍ਰੈਜ਼ੈਂਟ ਕੰਡੀਸ਼ਨ ਦਾ ਆਪਾਂ ਸਾਰਿਆਂ ਨੂੰ ਪਤਾ ਹੈ, ਆਪਾਂ ਹੁਣ ਇਹ ਸੋਲੂਸ਼ਨ ਲੱਭਣਾ ਹੈ ਕਿ ਇਹਨੂੰ ਠੀਕ ਕਿਸ ਤਰ੍ਹਾਂ ਕਰਨਾ ਹੈ। ਇਸ ਵਾਸਤੇ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਬਹੁਤ ਸਾਰੇ ਲੋਕ ਬਾਹਰ ਹੈਗੇ ਨੇ ਜਿਨ੍ਹਾਂ ਦਾ ਵੀ ਤੁਹਾਨੂੰ ਪਤਾ ਹੈ ਕਿ ਵੀ ਉਹ ਇਸ ਚੀਜ਼ ਦੇ ਫਿੱਟ ਹੋ ਸਕਦੇ ਨੇ ਜਾਂ ਪੰਥ ਦਰਦੀ ਨੇ, ਸਾਨੂੰ ਤੁਸੀਂ ਉਹਨਾਂ ਦਾ ਐਡਰੈਸ ਲਿਖ ਕੇ, ਉਹਨਾਂ ਦਾ ਟੈਲੀਫੋਨ ਨੰਬਰ ਲਿਖ ਕੇ ਅਸੀਂ ਉਹਨਾਂ ਨੂੰ ਕੰਟੈਕਟ ਕਰਾਂਗੇ, ਤੁਸੀਂ ਵੀ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਮਿਲ ਕੇ ਲਿਆਈਏ। ਮੈਂ ਕਮ ਸੇ ਕਮ 25 ਜਿਹੜੇ ਹੈਗੇ ਨੇ ਸੱਜਣ ਆਪਣੇ NRI ਜਿਹੜੇ ਬਾਹਰ ਬੈਠੇ ਨੇ, ਅਮਰੀਕਾ ਬੈਠੇ ਨੇ, ਜਰਮਨੀ 'ਚ ਨੇ, ਨਿਊਜ਼ੀਲੈਂਡ ਔਰ ਆਪਣਾ ਆਸਟ੍ਰੇਲੀਆ ਵਾਲੇ ਵੀ ਜਿਹੜੇ ਹੈਗੇ ਨੇ, ਉਹਨਾਂ ਸਾਰਿਆਂ ਦੇ ਨਾਲ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਤੱਕ ਸਾਡੇ ਕੋਲ ਇੱਕ ਵੱਡਾ ਇਕੱਠ ਸਾਰਿਆਂ ਨਾਲ ਮਿਲ ਕੇ ਨਹੀਂ ਬਣ ਜਾਂਦਾ ਉਦੋਂ ਤੱਕ ਅਸੀਂ ਅਗਲਾ ਐਕਸ਼ਨ ਜਿਹੜਾ ਹੈਗਾ ਉਹ ਅੱਜ ਸ਼ੁਰੂ ਨਹੀਂ ਕਰਨਾ। ਅਸੀਂ ਇਹ ਡਾਟਾ ਕਲੈਕਸ਼ਨ ਦੇ ਵਿੱਚ ਹੀ ਜ਼ਿਆਦਾ ਬਲੀਵ ਕਰ ਰਹੇ ਹਾਂ ਤਾਂ ਕਿ ਸਾਨੂੰ ਉੱਥੇ ਦੇ ਲੋਕਾਂ ਦੀ ਸਪੋਰਟ ਹੋਏਗੀ। ਜਿਸ ਤਰ੍ਹਾਂ ਉਹ ਪਟੀਸ਼ਨ ਦਾ ਭੈਣ ਜੀ ਨੇ ਕਿਹਾ ਸੀ ਕਿ 1 ਲਾਈਨ ਦੀ ਜਿਹੜੀ ਪਟੀਸ਼ਨ ਪਾ ਕੇ ਉਹ ਪਟੀਸ਼ਨ ਅਸੀਂ ਕਿਸੇ ਨੂੰ ਦਿਖਾਉਣ ਜੋਗੇ ਇਸ ਵਾਸਤੇ ਹੋਵਾਂਗੇ ਕਿ ਜਦੋਂ ਅਸੀਂ ਅਕਾਲ ਤਖਤ 'ਤੇ ਜਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਕਹੀਏ ਜੀ ਆਹ ਹੈਗੇ ਨੇ ਜੀ 900 ਬੰਦਾ ਜਿਹੜਾ ਚਾਹੁੰਦਾ ਤੁਹਾਨੂੰ ਇਸ ਤਰ੍ਹਾਂ ਐਕਟ ਕਰਨ ਵਾਸਤੇ, ਆਰ ਯੂ ਰੈਡੀ? ਉਹ ਕਹੇਗਾ ਜੀ ਮੈਂ ਤਾਂ ਕੁਝ ਨਹੀਂ ਕਰ ਸਕਦਾ। ਫਿਰ ਜੇ ਤੂੰ ਕੁਝ ਨਹੀਂ ਕਰ ਸਕਦਾ ਤਾਂ ਭਾਈ ਪਾਸੇ ਹੋ ਜਾ, ਫਿਰ ਦੂਜੇ ਨੂੰ ਆਉਣ ਦਿਓ ਜਿਹੜਾ ਕਰ ਸਕਦਾ ਹੈ। ਔਰ ਸਾਰਿਆਂ ਤੋਂ ਵੱਡੀ ਜਿਹੜੀ ਜੜ ਹੈਗੀ ਏ ਉਹ ਉਦੋਂ ਤੱਕ ਨਹੀਂ ਹੋਣਾ ਕੁਝ ਵੀ ਕੰਮ ਜਦੋਂ ਤੱਕ ਆਪਾਂ SGPC ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਨਾ ਉਹ ਨਹੀਂ ਹੁੰਦੀ, ਆਪਣੇ ਮੈਂਬਰਸ਼ਿਪ ਨਹੀਂ ਹੈਗੀ, ਉੱਤੇ ਸਾਡੇ ਲੋਕਾਂ ਦੀ ਉੱਥੇ ਪਹੁੰਚ ਨਹੀਂ ਹੈਗੀ। ਉਦੋਂ ਤੱਕ ਉਹਨਾਂ ਨੇ ਜ਼ਬਰਦਸਤੀ ਕਹਿ ਲਓ ਜਿਸ ਤਰ੍ਹਾਂ ਵੀ ਕਰ ਲਓ, ਇਹ ਉਹਨਾਂ ਨੇ ਪਿੱਛੇ ਨਹੀਂ ਜੇ ਹਟਣਾ ਅਤੇ ਸਾਨੂੰ ਅਲਟੀਮੇਟਲੀ ਇਹ ਸਾਨੂੰ ਕਰਨਾ ਪੈਣਾ। ਇਹਦੇ ਵਾਸਤੇ ਸ਼ੁਰੂਆਤ ਜਿਸ ਤਰ੍ਹਾਂ ਮੈਂ ਦੇਖ ਰਿਹਾ, ਮੈਨੂੰ ਲੱਗਦਾ ਹੈ ਕਿ ਅਸੀਂ 1-2 ਸਾਲ ਦੇ ਵਿੱਚ ਵੀ ਵਿਲ ਬੀ ਏਬਲ ਟੂ ਪੁੱਟ ਏ ਬਿਗਰ ਡੈਂਟ ਵਿਚ ਦੇ ਵਿਲ ਹੈਵ ਟੂ ਐਗਰੀ ਔਨ ਅਸ। 6 ਮਹੀਨੇ 'ਚ ਮੈਂ 2 ਸਾਲ ਇਸ ਵਾਸਤੇ ਲੈ ਕੇ ਚੱਲ ਰਿਹਾ ਕਿ ਇਹਨਾਂ ਨੇ ਇੱਥੇ ਇਲੈਕਸ਼ਨ ਹੋਣ ਨਹੀਂ ਦੇਣੀ। ਜਿਸ ਤਰ੍ਹਾਂ ਦਿੱਲੀ ਦੀ MC ਇਲੈਕਸ਼ਨ ਰੋਕ ਲਈ ਇਹਨਾਂ ਨੇ, ਕਿਉਂਕਿ ਦੇ ਆਰ ਐਟ ਬੈਕ ਟੂ ਦਾ ਵਾਲ, ਸੋ ਦੇ ਵਿਲ ਨਾਟ ਲੈਟ ਦਿਸ ਹੈਪਨ, ਆਈ ਨੋ ਇਟ। ਬਟ ਅਸੀਂ ਆਪਣੀ ਤਿਆਰੀ ਕਰਕੇ ਰੱਖੀਏ। ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮਿਲਾਂਗੇ। ਹੋ ਸਕੇ ਅਜੇ ਤੱਕ ਮੇਰਾ ਕੋਈ ਵਿਚਾਰ ਨਹੀਂ ਕਿ ਜਿਹੜਾ ਪ੍ਰੈਜ਼ੈਂਟ ਗੌਰਮੈਂਟ ਹੈਗੀ ਜਿਹਨੇ ਉਹ ਇਲੈਕਟ ਕਰਨਾ ਹੈ, ਉਹ ਇਲੈਕਸ਼ਨ ਕਮਿਸ਼ਨ ਵੀ ਕਰਨਾ ਹੈ ਜੀ। ਤੁਸੀਂ ਸਾਨੂੰ ਨਾਂ ਦਿਓ ਜੀ ਜਿਹੜੇ ਬੰਦੇ ਨੇ। ਹਾਂ ਹੁਣ ਹੋ ਗਿਆ ਮਿਊਟ, ਹੁਣ ਠੀਕ ਬੋਲ ਰਹੇ ਹੋ, ਬੋਲੋ ਹੁਣ ਬੋਲੋ, ਸ਼ਾਬਾਸ਼।
ਬੋਲੋ, ਤੁਹਾਡੀ ਆਵਾਜ਼ ਆ ਗਈ ਸਾਨੂੰ। ਹਾਂ ਕਰੋ ਜੀ, ਕਰੋ ਗੱਲ ਕਰੋ। ਤੁਸੀਂ ਲਾਜ ਸਾਹਿਬ ਤੁਸੀਂ ਸੁਣਾਈ ਦੇ ਰਹੇ ਹੋ। ਜੀ ਗੱਲ ਰੱਖੋ ਸਰ ਆਪਣਾ ਫੇਸ ਕੈਮਰਾ ਤੁਸੀਂ ਪੱਖਾ ਤਾਂ ਉਹਨੂੰ ਦਿਖਾਈ ਜਾਂਦੇ। ਚਲੋ ਹਾਂਜੀ ਬੋਲੋ। ਹਾਂ, ਹੁਣ ਬੜੀ ਹਾਂ ਗੱਲ। ਹੁਣ ਠੀਕ ਹੈ, ਬੋਲੋ ਜੀ ਹੁਣ ਲਾਜ ਸਾਹਿਬ। ਜੇ ਮੈਂ ਨਾ ਟਰਾਈ ਕਰੇ, ਮੈਂ ਆਵਾਜ਼ ਸੁਣ ਰਿਹਾ ਹੈਗਾ, ਮੈਨੂੰ ਕਲੀਅਰ ਨਹੀਂ ਹੋ ਰਹੀ, ਮੈਨੂੰ ਕਿਹਾ ਮਿਊਟ ਕਰਨ ਵਾਸਤੇ, ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ, ਮੈਂ ਕੁਝ ਠਹਿਰ ਕੇ ਕਰ ਦੇਣਾ ਜੀ। ਤੁਹਾਨੂੰ ਸਮਝ ਆ ਗਈ ਹੈ, ਤੁਹਾਡੀ ਬਿਲਕੁਲ ਆਵਾਜ਼ ਠੀਕ ਆ ਆ। ਗਈ ਸਾਡੇ ਕੋਲ। ਹੁਣ ਤੁਸੀਂ ਬੋਲੋ, ਕੈਰੀ ਔਨ। ਬੋਲੋ ਜੀ ਹੁਣ ਹਾਂਜੀ। ਤੁਸੀਂ, ਹੁਣ ਤੁਸੀਂ ਬੋਲੋ, ਠੀਕ ਸੁਣਾਈ ਦੇ ਰਿਹਾ ਤੁਹਾਨੂੰ। ਹੁਣ ਇਹਨੂੰ ਨਾ ਛੇੜਿਓ, ਹੁਣ ਤੁਸੀਂ ਬੋਲਦੇ ਰਹੋ, ਆ ਰਹੀ ਹੈ ਜੀ, ਤੁਸੀਂ ਗੱਲ ਕਰੋ। ਗੱਲ ਕਰੋ ਜੀ ਤੁਸੀਂ ਬੋਲਦੇ ਜਾਓ ਪਲੀਜ਼। ਪੂਰੀ ਤਰ੍ਹਾਂ ਅੰਡਰਸਟੈਂਡ ਨਹੀਂ ਕੀਤੀ, ਮੈਂ ਤਾਦੀ ਵਿੱਚ ਸ਼ਾਮਲ ਹੋਵਾਂਗਾ ਜੀ, ਬਿਨਾਂ ਮੈਂ ਅੰਡਰਸਟੈਂਡ ਕੀਤੇ ਕੀ ਕਰਾਂਗਾ। ਤੁਸੀਂ ਕਰ, ਮੈਂ ਥੋੜੀ ਦੇਰ ਮੈਂ ਬੋਲਦਾ ਜੀ, ਤੁਸੀਂ ਮੈਂ ਸੁਣਨ ਤੋਂ ਬਾਅਦ ਮੈਂ ਬੋਲਦਾ ਜੀ। ਮੀਟਿੰਗ ਖਤਮ ਹੋ ਜਾਣੀ, ਵੀਰ ਆਪਣੀ ਜੀ ਗੱਲ ਤੇ ਕਰੋ ਤੁਸੀਂ ਥੋੜੀ ਦੇਰ ਬਾਅਦ ਮੈਂ ਬੋਲਾਂਗਾ ਜੀ। ਪੁਆਇੰਟ 3 ਹੈਗੇ ਨੇ ਜੀ ਜਿਨ੍ਹਾਂ ਤੇ ਬੋਲਣਾ ਹੈ। ਇੱਕ ਹੈਗਾ ਕਿ ਆਪਣਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਸਾਹਿਬ ਨੇ, ਉਹਨਾਂ ਦੀ ਵਰਕਿੰਗ ਚੋਣ ਔਰ ਉਹਨਾਂ ਦਾ ਤੌਰ ਤਰੀਕਾ ਔਰ ਇੰਡੀਪੈਂਡੈਂਸ, ਇੱਕ ਤੇ ਇਹ ਹੈਗਾ। ਦੂਸਰਾ ਹੈਗਾ SGPC ਦਾ ਜਿਹੜੀ ਵਰਕਿੰਗ ਹੈਗੀ ਏ ਉਹਦੇ ਵਿੱਚ। ਤੀਸਰੀ ਹੈਗੀ SGPC ਦੀ ਇਲੈਕਸ਼ਨ ਦੇ ਉੱਤੇ। ਆਹ 3 ਚੀਜ਼ਾਂ ਦੇ ਉੱਤੇ ਬੋਲਦੇ ਪਏ ਹਾਂ ਅਸੀਂ ਆਪਣੇ ਵਿਚਾਰ ਦਿੱਤੇ ਨੇ, ਤੁਸੀਂ ਆਪਣੇ ਦੇ ਦਿਓ। ਸ਼ੁਰੂ ਕਰੋ। ਦੇਖੋ SGPC ਦਾ ਜਿਸ ਤਰ੍ਹਾਂ ਇਲੈਕਸ਼ਨ ਦਾ ਸਮਾਨ ਹੈ, ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਅਵੇਅਰ ਕਰਨਾ ਪਏਗਾ ਕਿ ਇਹਦੀ ਕਿੰਨੀ ਇੰਪੋਰਟੈਂਸ ਹੈਗੀ ਹੈ। ਹਰੇਕ ਬੰਦੇ ਦੇ ਕੋਲ ਪਰਸਨਲ ਕੰਟੈਕਟ ਰੱਖਣੇ ਪੈਣਗੇ ਤਾਂ ਕਿ ਉਹ ਆਪਣੀਆਂ ਵੋਟਾਂ ਵੀ ਬਣਾਉਣ। ਵੋਟਾਂ ਬਣਾਉਣ ਤੋਂ ਬਾਅਦ ਉਹ ਇਹ ਵੀ ਦੇਖਣ ਵੀ ਜਿਹੜੇ ਬੰਦੇ ਆ ਅੱਗੇ ਖੜੇ ਹੋਏ ਕਿਹੜੇ ਬੰਦੇ ਹੈਗੇ ਆ ਅਤੇ ਅਸੀਂ ਕੀ ਕਰਨਾ ਹੈ। ਸਾਨੂੰ ਆਪੋ ਦੇ ਤਾਲਮੇਲ ਕਰਕੇ ਇੱਕ ਪਾਲਿਸੀ ਬਣਾਉਣੀ ਚਾਹੀਦੀ ਹੈ, ਜਿਹਦੇ ਮੁਤਾਬਕ ਸਾਨੂੰ ਐਕਟ ਅਪਾਉਣ ਕਰਨਾ ਚਾਹੀਦਾ ਹੈ ਕਿ ਅਸੀਂ ਕਿਹੜੀ ਲਾਈਨ ਆਫ ਐਕਸ਼ਨ ਕਰਨਾ ਹੈ। ਅਸੀਂ ਇਸੇ ਵਾਸਤੇ ਬੇਨਤੀ ਕੀਤੀ ਹੈ ਕਿ ਤੁਸੀਂ ਸਾਰੇ ਮਿਲ ਕੇ ਬੰਦਿਆਂ ਨੂੰ ਆਇਡੈਂਟੀਫਾਈ ਕਰੋ, ਜਿਨ੍ਹਾਂ ਨੂੰ ਆਪਾਂ ਆਪਣੇ ਵੱਲੋਂ ਉਹਨਾਂ ਨੂੰ ਮੈਂਬਰ ਬਣਾ ਕੇ ਭੇਜਣਾ ਹੈ। ਔਰ ਉਹਨਾਂ ਬੰਦਿਆਂ ਦੀ ਜਦੋਂ ਪਛਾਣ ਹੋ ਜਾਏਗੀ, ਉਹਨਾਂ ਨੂੰ ਆਪ ਜਾ ਕੇ ਵੀ ਮਿਲਾਂਗੇ, ਤੁਹਾਡੇ ਥਰੂ ਵੀ ਮਿਲਾਂਗੇ, ਦੂਸਰਿਆਂ ਦੇ ਵੱਲੋਂ ਵੀ ਗੱਲਬਾਤ ਕਰਾਂਗੇ। ਹਾਂਜੀ ਠੀਕ ਹੈ ਜੀ, ਤੁਹਾਡੇ ਵਿਚਾਰ ਬਿਲਕੁਲ ਠੀਕ ਹੈ। ਆਪਾਂ ਉੱਥੇ ਲੁਧਿਆਣੇ ਉੱਥੇ ਡਿਸਕਸ ਕੀਤੇ ਸੀ ਕਿ ਮੈਂ ਪੂਰਾ ਐਕਟ ਅਪਾਉਣ ਕਰਾਂਗਾ ਜੀ, ਜਿਹੜੀ ਤੁਸੀਂ ਐਡਵਾਈਸ ਕੀਤੀ ਹੈ ਨਾ। ਹਾਂਜੀ ਆਪਣੇ ਉਸ ਦਿਨ ਆਪਣੇ ਜੋ ਸਾਹਿਬ ਦੇ ਘਰ ਦੇ ਵਿੱਚ ਮੀਟਿੰਗ ਹੋਈ ਸੀ, ਮੈਂ ਪੂਰੀ ਉਹਦੇ ਨਾਲ ਸਹਿਮਤ ਹਾਂ ਤੇ ਮੈਂ ਉਹਦੇ ਜਿਹੜੇ ਤੁਸੀਂ ਰੂਪਰੇਖਾ ਸਾਨੂੰ ਦੱਸੀ, ਅਸੀਂ ਉਸ ਤੇ ਚਾਲੂ ਕਰ ਵੀ ਦਿੱਤਾ ਜੀ ਕੰਮ ਕਰਨਾ। ਅੱਛਾ, ਤੁਹਾਡੇ ਕੋਲ ਇੱਕ ਬਹੁਤ ਵੱਡੀ ਲਿਸਟ ਪਈ ਹੈ ਸੱਜਣ ਪੁਰਸ਼ਾਂ ਦੀ, ਪੂਰੇ ਸਾਰੇ ਸਟੇਟਾਂ ਦੀ। ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਪਿਆ, ਉਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਸਾਡੇ ਨਾਲ ਸਾਂਝ ਕਰੋ ਤਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਵੀ ਕੰਟੈਕਟ ਕਰ ਸਕੀਏ। ਹੈਲੋ ਹਾਂਜੀ, ਮੈਂ ਇਹ ਕਿਹਾ ਕਿ ਤੁਹਾਡੇ ਕੋਲ ਬਹੁਤ ਵੱਡੀ ਲਿਸਟ ਪਈ ਹੈ ਉਹਨਾਂ ਸੱਜਣ ਪੁਰਸ਼ਾਂ ਦੀ, ਪੰਥ ਦਰਦੀਆਂ ਦੀ, ਉਹ ਸਾਡੇ ਨਾਲ ਸਾਂਝੀ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਇਹ ਮੈਸੇਜ ਉਹਨਾਂ ਨੂੰ ਦੇ ਸਕੀਏ। ਉਹ ਤੁਹਾਨੂੰ ਮੈਂ ਇਨਫਾਰਮ ਕਰ ਦਿਆਂਗਾ ਜੀ, ਮੈਂ ਤੁਹਾਨੂੰ WhatsApp ਰਾਹੀਂ ਦੱਸ ਦਿਆਂਗਾ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ। ਜਿਹੜੇ ਸੰਬੰਧਿਤ ਦੇ ਨਾਲ ਸੰਬੰਧਿਤ ਹੈ, ਮੈਂ ਉਹਨਾਂ ਦੇ ਤੁਹਾਨੂੰ ਐਡਰੈਸ WhatsApp ਰਾਹੀਂ ਭੇਜ ਦਿਆਂਗਾ ਜੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸਰ। ਚਲੋ ਹਾਂਜੀ ਮੁਲਤਾਨ ਸਾਹਿਬ ਤੁਸੀਂ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਇਹ ਜਿਹੜੇ ਤਿੰਨੇ ਟੀਚੇ ਨੇ, ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਦਾ ਇੱਕੋ ਹੀ ਮੰਤਰ ਹੈ, ਫੀਲਡ ਵਰਕ। ਸਾਡੀ ਹਰ ਗੁਰਦੁਆਰੇ ਤੱਕ, ਹਰ ਧਾਰਮਿਕ ਸੰਸਥਾ ਤੱਕ ਪਹੁੰਚ ਹੋਣੀ ਚਾਹੀਦੀ ਹੈ। ਉਹ ਸਾਡੇ ਨਾਲ ਕਨੈਕਟਡ ਹੋਣੇ ਚਾਹੀਦੇ ਨੇ। ਜਦੋਂ ਵੀ ਕੋਈ ਐਕਸ਼ਨ ਦਾ ਇਸ਼ਾਰਾ ਦਿੱਤਾ ਜਾਵੇ, ਉਹ ਉਸੇ ਲਾਈਨ ਆਫ ਐਕਸ਼ਨ ਨੂੰ ਫੋਲੋ ਕਰਨ। ਔਰ ਸਾਨੂੰ ਪ੍ਰੀ ਇਲੈਕਸ਼ਨ ਆਉਣ ਤੋਂ ਪਹਿਲਾਂ ਹੀ ਅੱਜ ਹੀ ਆਪਣੇ ਬੰਦੇ ਜਿਹੜੇ ਉਹ ਆਇਡੈਂਟੀਫਾਈ ਕਰ ਲੈਣੇ ਚਾਹੀਦੇ ਨੇ ਕਿ ਅਸੀਂ ਇਸ ਨੂੰ ਲੜਾਉਣਾ, ਇਸ ਨੂੰ ਲੜਾਉਣਾ, ਇਸ ਨੂੰ ਲੜਾਉਣਾ, ਪਰਸਨੈਲਿਟੀਆਂ, ਤਾਂ ਜੋ ਉਹਨਾਂ 'ਤੇ ਉਹ ਭਾਰ ਪਾਇਆ ਜਾ ਸਕੇ ਕਿ ਉਹ ਕੋਆਰਡੀਨੇਸ਼ਨ ਦਾ ਭਾਰ ਵੀ ਉਹ ਫੀਲਡ 'ਚ ਕਰਨ। ਔਰ ਵੋਟਾਂ ਜਦੋਂ ਬਣਾਉਣੀਆਂ ਨੇ, ਇਹ ਮਿੰਟੋ ਮਿੰਟੀ ਉਹਨਾਂ ਕੋਲ ਬੰਦੇ ਹੋਣ, ਉਹਨਾਂ ਦਾ ਨੈਟਵਰਕ ਹੋਵੇ, ਵੋਟਾਂ ਮੈਕਸੀਮਮ ਬਣਾਈਆਂ ਜਾਣ, ਕਿਉਂਕਿ ਇਹ ਨੰਬਰਸ ਦੀ ਗੇਮ ਹੈ। ਅਤੇ ਉਹ ਜਦੋਂ ਆਪਾਂ ਜਿਹੜਾ ਬੰਦਾ ਸਾਰੀਆਂ ਧਾਰਮਿਕ ਸੰਸਥਾਵਾਂ ਨਾਲ, ਏਰੀਏ ਦੀਆਂ ਨਾਲ, ਉੱਥੇ ਦੇ ਜਿਹੜੇ ਮਹਾਂਪੁਰਖ ਨੇ ਜਾਂ ਹੋਰ ਧਾਰਮਿਕ ਸ਼ਖਸੀਅਤਾਂ ਨੇ, ਜੇ ਉਹਨਾਂ ਨਾਲ ਕਨੈਕਟਡ ਨਹੀਂ ਹੈਗਾ ਅਤੇ ਉਹਦੀ ਸਫਲਤਾ ਵੀ ਹੈ ਨਹੀਂ ਉਹ, ਅਤੇ ਨਾ ਹੀ ਆਪਾਂ ਇਸ ਕਰਕੇ ਵੋਟਾਂ ਬਣਾਉਣੀਆਂ, ਉਹਨਾਂ ਲੋਕਾਂ ਨਾਲ ਲਾਈਜ਼ਨ ਕਰਨਾ। ਉਹਦੇ ਵਾਸਤੇ ਆਪਾਂ ਨੂੰ ਫੀਲਡ ਵਰਕਰ ਜਿਹੜੇ ਨੇ, ਕਿਸੇ ਵੀ ਸੰਸਥਾ ਦੀ ਸਫਲਤਾ
ਉਹਦੇ ਫੀਲਡ ਵਰਕਰਾਂ 'ਤੇ ਡਿਪੈਂਡੈਂਟ ਹੈ। ਅਦਰਵਾਈਜ਼ ਏਸੀ ਕਮਰੇ 'ਚ ਬਹਿ ਕੇ ਗੱਲਬਾਤ ਤਾਂ ਹੋ ਜਾਏਗੀ, ਸਟ੍ਰੈਟਜੀ ਬਹੁਤ ਵਧੀਆ ਬਣ ਜਾਏਗੀ, ਪਰ ਉਹਨੂੰ ਟਰਾਂਸਲੇਟ ਜਿਹੜਾ ਹੈ ਉਹ ਫੀਲਡ 'ਚ ਹੋਣਾ ਹੈ। ਅਤੇ ਆਪਾਂ ਫੀਲਡ ਵਰਕਰ ਹਰ ਹਲਕਾ ਵਾਈਜ਼ ਫੀਲਡ ਵਰਕਰ ਆਪਾਂ ਘੱਟੋ ਘੱਟ 5 ਪੁਆਇੰਟ ਕਰੀਏ, ਅਤੇ ਤਾਂ ਅਸੀਂ ਇਹ ਜਿਹੜਾ ਟੀਚਾ ਹੈ ਪ੍ਰਾਪਤੀ ਕਿਧਰੇ ਦੂਰ ਨਹੀਂ। ਅਤੇ ਮੈਂ ਜ਼ਿਆਦਾ, ਕਿਉਂਕਿ ਮੈਂ ਆਪ ਫੀਲਡ ਵਰਕਰ ਹਾਂ, ਅਤੇ ਮੈਂ ਫੀਲਡ ਵਿੱਚ ਕੰਮ ਕਰਨ ਨੂੰ ਤਰਜੀਹ ਦਿੰਦਾ, ਅਤੇ ਫੀਲਡ ਵਿੱਚ ਹੀ ਸਫਲਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜਿਹੜੇ ਨੇ ਇਹ OBC ਦੇ ਵਿੱਚ ਬਹੁਤ ਇੱਕ ਵੱਡਾ ਕੰਮ ਕਰ ਰਹੇ ਨੇ। ਸਾਰੇ ਪੰਜਾਬ ਦੇ ਜਿੰਨੇ OBC ਆਪਣੇ ਸਿਰ ਕਢਵੇਂ ਮੈਂਬਰ ਹੈਗੇ ਨੇ ਉਹ ਸਾਰੇ ਇਹਨਾਂ ਦੇ ਨਾਲ ਨੇ। ਇਹ ਮੈਂ ਇਸ ਕਰਕੇ ਇਹਨਾਂ ਨੂੰ ਸਪੈਸ਼ਲੀ ਬੇਨਤੀ ਕੀਤੀ ਸੀ ਐਤਕੀ ਕਿ ਇਹ ਵੀ ਆ ਜਾਣ, ਤਾਂ ਕਿ ਇਹ ਵੀ ਬਹੁਤ ਸਾਰੇ ਬੰਦਿਆਂ ਨੂੰ ਆਇਡੈਂਟੀਫਾਈ ਕਰ ਸਕਦੇ ਨੇ, ਜਾਂ ਇਹਨਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਨੇ ਉਹ ਵੀ ਨਾਲ ਲੱਗ ਕੇ ਆਪਾਂ ਇਹਨਾਂ ਦੀ ਮਦਦ ਲੈ ਸਕਦੇ ਹਾਂ। ਅਤੇ ਅੱਜ ਮੇਰਾ ਖਿਆਲ ਹੈ 3 ਚੀਜ਼ਾਂ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਕੀਤੀ ਹੈਗੀ ਹੈ। ਇਹਦੇ ਵਾਸਤੇ ਮੈਨੂੰ ਇੱਕ ਬੇਨਤੀ ਸਾਰੇ ਸੱਜਣਾਂ ਨੂੰ ਇਹ ਹੈਗੀ ਹੈ ਕਿ ਕਾਈਂਡਲੀ ਭਾਵੇਂ ਹਰ ਰੋਜ਼ ਇੱਕ ਬੰਦੇ ਦਾ ਵੀ ਨਾਂ ਭੇਜੋ ਜਾਂ 10 ਬੰਦਿਆਂ ਦਾ ਨਾਂ ਭੇਜੋ, ਨਾਲ ਉਹਨਾਂ ਦਾ ਟੈਲੀਫੋਨ ਨੰਬਰ ਅਤੇ ਉਹਨਾਂ ਦਾ ਜਿੱਥੇ ਹੈਗੇ ਨੇ ਉਹ, ਤਾਂ ਕਿ ਅਸੀਂ ਹੁਣੇ ਹੀ ਸਟੇਟ ਵਾਈਜ਼ ਬਲਾਕ ਵਾਈਜ਼ ਜਿਹੜੀਆਂ ਅਸੀਂ ਇਕੱਠੀਆਂ ਕੀਤੀਆਂ ਨੇ 175 ਕਾਂਸਟੀਚੁਐਂਸੀ ਜਿਹੜੀਆਂ ਇਹਨਾਂ ਨੇ ਬਣਾਈਆਂ ਨੇ, ਉਸ ਏਰੀਏ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਕਾਂਟੈਕਟ ਬਣਾਉਣੇ ਸ਼ੁਰੂ ਕਰੀਏ, ਕਿਉਂਕਿ ਇਹ ਜਿੰਨੀ ਜਲਦੀ ਆਪਾਂ ਕਰਾਂਗੇ ਉਨਾ ਹੀ ਜਲਦੀ ਸਾਡਾ ਇਹਦੇ 'ਚ ਉਹ ਇੰਟਰਸਟ ਵੀ ਜਾਗੇਗਾ ਅਤੇ ਲੋਕਾਂ ਨੂੰ ਨਾਲ ਜੋੜ ਕੇ ਇਸ ਇੱਕ ਬੜੀ ਗੁੰਝਲਦਾਰ ਜਿਹੜੀ ਸਾਡੇ ਅੱਗੇ ਸਿਚੁਏਸ਼ਨ ਹੈਗੀ ਹੈ। ਪਰ ਸਾਰਿਆਂ ਤੋਂ ਵੱਡੀ ਜਿਹੜੀ ਸਾਡੇ ਫਾਇਦੇ 'ਚ ਹੈਗੀ ਹੈ ਕਿ ਉਹ ਬੰਦੇ ਜਿਹੜੇ ਕਿ ਹਰ ਵਾਰੀ ਪੋਲੀਟੀਕਲ ਉਹਦੇ ਨਾਲ ਇਨਫਲੂਐਂਸ ਦੇ ਨਾਲ ਇਹ ਸਾਰੀਆਂ ਵੋਟਾਂ ਦੀ ਜੋ ਵੀ ਚਾਹੁੰਦੇ ਸੀ ਉਹ ਕਰ ਸਕਦੇ ਸੀ, ਹੁਣ ਇਹ ਨਹੀਂ ਹੋ ਸਕਦਾ। ਇਸ ਕਰਕੇ ਅਸੀਂ ਹੁਣ ਜੇ ਨਹੀਂ ਆਪਾਂ ਕੀਤਾ ਜਾਂ ਹੁਣ ਤੇ ਨੋ ਜਾਂ ਨੈਵਰ, ਫਿਰ ਨੈਵਰ ਹੀ ਹੋ ਜਾਣਾ ਹੈਗਾ। ਫਿਰ ਆਪਾਂ ਨੂੰ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਤਾਂ ਇਸੇ 'ਚ ਹੀ ਲੰਘ ਜਾਏਗੀ। ਹੋ ਸਕਦਾ ਯੰਗ ਬੱਚੇ ਜਿਹੜੇ ਨੇ ਉਹ ਉਹਦਾ ਇੰਜੋਏ ਕਰ ਸਕਣ ਇਹਦੀ ਚੇਂਜ ਦਾ, ਨਹੀਂ ਤਾਂ ਉਸ ਤਰ੍ਹਾਂ ਕੋਈ ਮੈਨੂੰ ਪੋਸੀਬਿਲਿਟੀ ਦਿਸਦੀ ਨਹੀਂ ਹੈਗੀ। ਫਿਰ ਵੀ ਅਸੀਂ ਬਹੁਤ ਸਾਰੇ ਬੰਦਿਆਂ ਦੇ ਨਾਲ ਕਰ ਰਹੇ ਹੈਗੇ ਆ। ਆਈ ਥਿੰਕ ਅਗਲੇ ਮਹੀਨੇ ਅਸੀਂ ਤੁਹਾਨੂੰ ਡੇਟ ਦੇਣ ਦੇ ਕਾਬਲ ਹੋ ਜਾਵਾਂਗੇ ਕਿ ਕਦੋਂ ਅਸੀਂ ਸੈਮੀਨਾਰ ਕਰਨਾ ਹੈ। ਅਸੀਂ ਪਟੀਸ਼ਨ ਵੀ ਪਾ ਦੇਣੀ, ਅਸੀਂ RTI ਵੀ ਕਰ ਦੇਣੀ ਹੈਗੀ ਹੈ। ਹੋ ਸਕਦਾ ਉਹਦਾ ਜਵਾਬ ਆ ਜਾਏ, ਮੈਨੂੰ ਉੱਥੋਂ ਜਵਾਬ ਦੀ ਕੋਈ ਉਮੀਦ ਨਹੀਂ ਹੈਗੀ, ਪਰ ਫਿਰ ਵੀ ਮੈਂ ਹੋਪਸ ਅਗੇਂਸਟ ਹੋਪਸ ਦੇ ਵਿੱਚ ਹੋ ਸਕਦਾ ਕੋਈ ਜਵਾਬ ਆ ਜਾਏ। ਅਸੀਂ ਜਿਹੜੇ ਉਸ ਕਮੇਟੀ ਦੇ ਵਿੱਚ ਸੱਜਣ ਸਨ ਉਹਨਾਂ 'ਚੋਂ 1-2 ਤੇ ਮੇਰਾ ਖਿਆਲ ਨਹੀਂ ਹੋਣੇ, ਬਾਕੀ ਸਾਰੇ ਇੱਥੇ ਹੈਗੇ ਨੇ। ਉਹਨਾਂ ਨਾਲ ਕਾਂਟੈਕਟ ਕਰਕੇ ਉਸ ਚਿੱਠੀ ਦੇ ਬਾਰੇ ਵੀ ਜ਼ਰੂਰ ਪਤਾ ਕਰਾਂਗੇ। ਇੰਨਾ ਕੀ ਕਹਿੰਦੇ ਅਸੀਂ, ਹੋਰ ਕਿਸੇ ਦਾ ਕੋਈ ਸਵਾਲ ਜਾਂ ਕੋਈ ਹੋਰ ਹੈ ਤਾਂ ਦੱਸੋ। ਅਸੀਂ ਤੇ ਸਾਡੇ 3 ਪੁਆਇੰਟ ਜਿਹੜੇ ਸੀ ਉਹ ਅੱਜ ਹੋ ਗਏ ਨੇ। ਦੂਸਰਾ, ਫਿਜ਼ੀਕਲ ਪ੍ਰੈਜੈਂਸ ਜਿਹੜੀ ਹੈ ਉਹ ਨੈਕਸਟ ਵਾਲੀ ਮੈਂ ਹੁਣੇ ਹੀ ਦੱਸ ਦਿਆਂ ਤੁਹਾਨੂੰ ਕਿ ਅਗਲੀ 13 ਤਰੀਕ ਨੂੰ ਜਦੋਂ ਆਪਾਂ ਮਿਲੀਏ, ਸਾਰੇ ਜਣੇ ਆ ਜਾਓ, ਇੱਥੇ ਬੈਠ ਕੇ ਕੋਈ 4-5 ਘੰਟੇ ਆਪਣੀ ਆਪਣੀ ਫੀਡਬੈਕ ਦਈਏ ਔਰ ਲਈਏ, ਤਾਂ ਕਿ ਫਿਰ ਉਸ ਦਿਨ ਫਾਈਨਲ ਬਣਾ ਕੇ ਫਿਰ ਆਪਾਂ ਅਗਲਾ ਐਕਸ਼ਨ ਸ਼ੁਰੂ ਕਰੀਏ। ਮੈਂ ਹੁਣ ਬ੍ਰਿਗੇਡੀਅਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਸਾਰਿਆਂ ਦਾ ਥੈਂਕਸ ਕਰ ਦੇਣ। ਮੈਂ ਸੈਕਟਰੀ ਜਨਰਲ ਭੈਣ ਜੀ ਵੱਲੋਂ ਅਤੇ ਸਾਰੇ ਹੈੱਡਕੁਆਟਰ ਵੱਲੋਂ ਜਿੰਨੇ ਪਤਵੰਤੇ ਸੱਜਣ ਹਾਜ਼ਰ ਹੋਏ ਨੇ, ਆਪਣਾ ਕੀਮਤੀ ਸਮਾਂ ਕੱਢ ਕੇ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਤੁਹਾਡੀ ਸੁਜੈਸ਼ਨ ਹੈ ਬੜੀ ਬਮੂਲੀ ਹੈ। ਐਂਡ ਥੈਂਕ ਯੂ ਵੈਰੀ ਮਚ ਫਾਰ ਯੋਰ ਪ੍ਰੈਸ਼ੀਅਸ ਟਾਈਮ ਪ੍ਰੈਜ਼ੈਂਸ ਐਂਡ ਸੁਜੈਸ਼ਨਸ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।